ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਗੱਲਾਂ ਬਾਤਾਂ ਜਿਹਨਾਂ ਪਰ ਦਿਨ ਭਰ ਦੇ ਵਿੱਚ ਗੱਲਬਾਤ ਚੱਲਦੀ ਰਹੀ ਹੈ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਇੱਕ ਗੱਲਬਾਤ ਜਿਹੜੀ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ, ਵਿਲ ਸਮਿਥ ਤੇ ਕ੍ਰਿਸ ਰੌਕ ਦਾ ਮਾਮਲਾ ਅੱਜ ਵੀ ਅਖਬਾਰਾਂ ਦੇ ਵਿੱਚ ਇਸੇ ਤਰ੍ਹਾਂ ਚਰਚਾ ਦੇ ਵਿੱਚ ਚੱਲਦਾ ਰਿਹਾ। ਕੀ ਮਾਮਲਾ ਆ, ਹੁਣ ਇਹਦੇ ਉੱਤੇ ਕੀ ਹੋ ਰਿਹਾ, ਵਿਲ ਸਮਿਥ ਕੌਣ ਆ ਤੇ ਕ੍ਰਿਸ ਰੌਕ ਕੌਣ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਰੂਸ ਯੂਕਰੇਨ ਯੁੱਧ ਦੇ ਉੱਤੇ ਰੋਜ਼ਾਨਾ ਦੀ ਤਰ੍ਹਾਂ ਅਪਡੇਟ ਦੇਵਾਂਗੇ ਕਿ ਕੀ ਇਸ ਵੇਲੇ ਹੁਣ ਕੀ ਸਥਿਤੀ ਆ। ਵਾਤਾਵਰਣ ਸੰਬੰਧੀ ਕੁਛ ਕੈਨੇਡਾ ਸਰਕਾਰ ਅਹਿਮ ਫੈਸਲੇ ਲੈ ਰਹੀ ਆ, ਉਹ ਕੀ ਆ। BC ਦੇ ਵਿੱਚ ਨਕਲੀ ਵੈਕਸੀਨ ਸਰਟੀਫਿਕੇਟ ਦਾ ਮਾਮਲਾ ਸਾਹਮਣੇ ਆਇਆ, ਇੱਕ ਡਾਕਟਰ ਦੇ ਉੱਤੇ ਪਾਬੰਦੀ ਲੱਗੀ ਆ। ਚੀਨ ਦੇ ਵਿੱਚ ਲੋਕਡਾਊਨ ਨਾਲ ਸਪਲਾਈ ਚੇਨ ਦੇ ਉੱਤੇ ਸੰਕਟ ਆਇਆ, ਇਹ ਗੱਲਬਾਤਾਂ ਕਰਾਂਗੇ। BC ਦੇ ਵਿੱਚ ਘਰਾਂ ਦੀ ਮਾਰਕੀਟ ਨੂੰ ਨਿਯੰਤਰਣ ਕਰਨ ਦੇ ਲਈ, ਇਹਨੂੰ ਕੰਟਰੋਲ ਕਰਨ ਦੇ ਲਈ ਕੁਛ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ, ਉਹ ਯਤਨ ਕਿਹੜੇ ਆ, ਇਹ ਵੀ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਇੱਕ ਮਾਮਲਾ ਬਹੁਤ ਚਰਚਾ ਦੇ ਵਿੱਚ ਆ, ਔਸਕਰ ਦੇ ਮੰਚ ਦੇ ਉੱਤੇ ਕੁਛ ਇੱਦਾਂ ਦਾ ਵਾਪਰਿਆ ਜਿਹਦੇ ਬਾਰੇ ਕਿਸੇ ਨੇ ਸ਼ਾਇਦ ਕਲਪਨਾ ਨਹੀਂ ਕੀਤੀ ਸੀ। ਦੂਰ ਦੂਰ ਤੱਕ ਵੀ ਨਹੀਂ ਸੋਚਿਆ ਸੀ ਕਿ ਮਸ਼ਹੂਰ ਐਕਟਰ ਵਿਲ ਸਮਿਥ ਉੱਠਣਗੇ ਤੇ ਅਚਾਨਕ ਕ੍ਰਿਸ ਰੌਕ ਨੂੰ ਉਹਨੂੰ ਹਿੱਟ ਕਰਨਗੇ, ਉਹਦੇ ਥੱਪੜ ਮਾਰ ਦੇਣਗੇ ਸਟੇਜ ਦੇ ਉੱਤੇ। ਵਿਲ ਸਮਿਥ ਬਹੁਤ ਵੱਡੇ ਐਕਟਰ ਆ ਇੱਕ, ਤੇ ਕ੍ਰਿਸ ਰੌਕ ਕਾਮੇਡੀਅਨ ਆ। ਇਸ ਮਾਮਲੇ ਨੇ ਅੱਜ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਚਰਚਾ ਛੇੜੀ। ਕੈਨੇਡਾ ਦੇ ਜਿਹੜੇ ਔਸਕਰ ਦੇ ਮਾਫੀ ਚਾਹੁੰਦੇ ਆ, ਔਸਕਰ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਕਦੇ ਵਾਪਰਿਆ ਨਹੀਂ ਕਿ ਇਸ ਤਰੀਕੇ ਦੇ ਨਾਲ ਜਿਹੜਾ ਕੋਈ ਮੰਚ ਦੇ ਉੱਤੇ ਜਾ ਕੇ ਇੱਕ ਐਕਟਰ ਦੂਜੇ ਐਕਟਰ ਦੇ ਚਪੇੜ ਮਾਰ ਦੇਵੇ, ਉਹ ਵੀ ਔਸਕਰ ਦੀ ਇਸ ਸੈਰਾਮਨੀ ਦੇ ਵਿੱਚ। ਕ੍ਰਿਸ ਰੌਕ ਸਟੇਜ ਦੇ ਉੱਤੇ ਉਹਨਾਂ ਨੂੰ ਸੱਦਿਆ ਜਾਣਾ ਸੀ, ਔਸਕਰ ਅਵਾਰਡ ਉਹਨਾਂ ਨੂੰ ਦਿੱਤਾ ਜਾਣਾ ਸੀ ਇੱਕ ਡਾਕੂਮੈਂਟਰੀ ਫੀਚਰ ਦੇ ਉੱਤੇ। ਇਸੇ ਦੌਰਾਨ ਜਿਹੜੇ ਕ੍ਰਿਸ ਰੌਕ ਆ, ਉਹ ਜਿਹੜੇ ਕ੍ਰਿਸ ਰੌਕ ਅਵਾਰਡ ਦੇਣ ਆਏ ਸੀ, ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਦੀਆਂ ਵਾਲਾਂ ਦੇ ਉੱਤੇ ਇੱਕ ਕਮੈਂਟ ਕਰ ਦਿੱਤਾ ਕਿ ਜਿਹਦੇ ਨਾਲ ਜਿਹੜਾ ਇਹ ਉਹਨਾਂ ਨੂੰ ਗੁੱਸਾ ਆ ਗਿਆ। ਉਹ ਪਹਿਲਾਂ ਤਾਂ ਬੈਠੇ ਸੀ ਉੱਥੇ ਵਿਲ ਸਮਿਥ, ਸਾਰਿਆਂ ਦੇ ਵਿੱਚ ਉਹਨਾਂ ਨੇ ਕੁਛ ਬੋਲਿਆ। ਉਹਦੇ ਤੋਂ ਬਾਅਦ ਜਦੋਂ ਮੰਚ ਦੇ ਉੱਤੇ ਗਏ ਤੇ ਉਹਨਾਂ ਨੇ ਕ੍ਰਿਸ ਰੌਕ ਦੇ ਮੂੰਹ ਦੇ ਉੱਤੇ ਮੁੱਕਾ ਮਾਰ ਦਿੱਤਾ। ਜਿਹੜੀ ਇਹ ਇੱਕ ਫਿਲਮ ਸੀਗੀ, ਉਹਦੇ ਵਿੱਚ ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਜੇਡਾ ਪਿੰਕੇਟ ਸਮਿਥ ਨੂੰ ਮਜ਼ਾਕ ਉਡਾਇਆ ਸੀ। ਉਹਦੇ ਵਾਲਾਂ ਦੀ ਇੱਕ ਸਮੱਸਿਆ ਆ, ਉਹਦੀ ਪਤਨੀ ਦੇ ਜਿਹੜੇ ਵਿਲ ਸਮਿਥ ਦੀ ਪਤਨੀ ਆ ਜੇਡਾ ਪਿੰਕੇਟ ਸਮਿਥ, ਉਹਦੇ ਉਸ ਗੱਲ ਦੇ ਉੱਤੇ ਉਹਨੇ ਕੌਮੈਂਟ ਕਰ ਦਿੱਤਾ ਵੀ ਉਹਨੂੰ ਇਸ ਕਰਕੇ ਕੰਮ ਮਿਲਿਆ ਕਿਉਂਕਿ ਉਹਦੇ ਸਿਰ ਦੇ ਉੱਤੇ ਵਾਲ ਹੈ ਨਹੀਂ। ਹੁਣ ਇਹ ਵਿਲ ਸਮਿਥ ਨੂੰ ਗੱਲ ਨਹੀਂ ਚੰਗੀ ਲੱਗੀ ਤੇ ਉਹਨੇ ਇਸ ਗੱਲ ਦੇ ਉੱਤੇ ਪਹਿਲਾਂ ਮੂੰਹ ਦੇ ਵਿੱਚ ਕੁਛ ਬੋਲਿਆ ਤੇ ਫਿਰ ਉੱਪਰ ਜਾ ਕੇ ਉਹਦੇ ਇਹ ਥੱਪੜ ਮਾਰ ਦਿੱਤਾ। ਸੋ ਜਿਹੜਾ ਉਹਨੂੰ ਕਿਹਾ ਕਿ ਤੂੰ ਦੁਬਾਰਾ ਆਪਣੇ ਮੂੰਹ ਤੋਂ ਮੇਰੀ ਪਤਨੀ ਦਾ ਨਾਂ ਨਾ ਲਈ। ਸੋ ਇਹ ਇੱਕ ਜਿਹੜਾ ਲੋਕ ਜਿਹੜੇ ਸੀਗੇ ਇੱਕ ਵਾਰੀ ਪੂਰੀ ਤਰ੍ਹਾਂ ਸੁੰਨ ਹੋ ਗਏ, ਜਿੰਨੇ ਉੱਥੇ ਬੈਠੇ ਸੀ ਦੁਨੀਆ ਦੇ ਵਿੱਚ ਦੇਖਣ ਵਾਲੇ ਲੋਕ ਵੀ, ਆਡੀਅנס ਵੀ ਉੱਥੇ ਹੈਰਾਨ ਸੀ ਕਿ ਹੋਇਆ ਕੀ ਆ। ਉਹਦੇ ਤੋਂ ਬਾਅਦ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਮੀਮਸ ਜਿਹੜੇ ਆ ਬਣ ਕੇ ਆਉਂਦੇ ਹੁੰਦੇ ਆ, ਚੈਟ ਦੇ ਵਿੱਚ ਇੱਕ ਦੂਜੇ ਨੂੰ ਭੇਜਦੇ ਆ, ਉਹਦਾ ਹੜ੍ਹ ਆ ਗਿਆ ਇਹਨਾਂ ਦਾ ਸਾਰਿਆਂ ਦਾ ਕਿ ਜਿਸ ਤਰੀਕੇ ਦੇ ਨਾਲ ਉਹਨੇ ਰਿਐਕਟ ਕੀਤਾ। ਮਤਲਬ ਇਹਨੂੰ ਮੁੱਕਾ ਕਾਂਡ ਜਿਹੜਾ ਇੱਕ ਹੋਇਆ ਤੇ ਹਰੇਕ ਵਿਅਕਤੀ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਮਜ਼ਾਕ ਉਡਾ ਰਿਹਾ। ਉਹਦੀ ਪਤਨੀ ਨੂੰ ਸਮੱਸਿਆ ਕਿੱਥੇ ਸੀ, ਉਹਨੂੰ ਐਲੋਪੇਸ਼ੀਆ ਨਾਂ ਦੀ ਇੱਕ ਬਿਮਾਰੀ ਆ, ਜਿਹੜਾ ਨੂੰ ਇਹ ਬਿਮਾਰੀ ਜਿਹੜੀ ਆ ਇਹ ਪਹਿਲਾਂ ਵੀ ਫੇਸਬੁੱਕ ਦੇ ਉੱਤੇ ਵਾਚ ਸੀਰੀਜ਼ ਦੇ ਉੱਤੇ ਰੈਡ ਟੇਬਲ ਟਾਕ ਦੇ ਵਿੱਚ ਮਈ 2018 ਦੇ ਵਿੱਚ ਇੱਕ ਐਪੀਸੋਡ ਦੇ ਦੌਰਾਨ ਉਹਨੇ ਦੱਸਿਆ ਸੀ ਕਿ ਉਹਨੂੰ ਐਲੋਪੇਸ਼ੀਆ ਆ। ਸੋ ਉਹਦੀ ਮੈਡੀਕਲ ਕੰਡੀਸ਼ਨ ਨੂੰ ਲੈ ਕੇ ਦੂਜੇ ਐਕਟਰ ਵੱਲੋਂ ਮੰਚ ਦੇ ਉੱਤੇ ਭਾਵੇਂ ਕੀਤਾ ਮਜ਼ਾਕ ਹੀ ਸੀਗਾ, ਪਰ ਵਿਲ ਸਮਿਥ ਨੂੰ ਇਹ ਮਜ਼ਾਕ ਚੰਗਾ ਨਹੀਂ ਲੱਗਾ। ਵੀਡੀਓ ਦੇ ਵਿੱਚ ਕਿਹਾ ਸੀ ਕਿ ਇਸ ਬਾਰੇ ਗੱਲ ਕਰਨਾ ਸਾਡੇ ਲਈ ਬਹੁਤ ਔਖਾ ਹੈ। ਜਿਹੜੀ ਬਿਮਾਰੀ ਦੇ ਵਿੱਚੋਂ ਲੰਘ ਰਹੀ ਸੀ, ਉਹ ਕਹਿੰਦੀ ਵੀ ਮੈਂ ਇੱਕ ਦਿਨ ਜਿਹੜਾ ਲੋਕ ਮੈਨੂੰ ਪੁੱਛਦੇ ਆ ਵੀ ਮੈਂ ਸਿਰ 'ਤੇ ਕੱਪੜਾ ਕਿਉਂ ਬੰਨ੍ਹਦੀ ਆ, ਇਸ ਕਰਕੇ ਕਿਉਂਕਿ ਮੇਰੇ ਵਾਲ ਝੜ ਰਹੇ ਆ। ਉਹ ਕਹਿੰਦੀ ਪਹਿਲੀ ਵਾਰ ਮੇਰੇ ਨਾਲ ਜਦੋਂ ਇੱਦਾਂ ਹੋਇਆ ਵੀ ਮੇਰੇ ਹੱਥ ਦੇ ਵਿੱਚ ਮੇਰੇ ਵਾਲਾਂ ਦਾ ਗੁੱਛਾ ਆ ਗਿਆ ਤੇ ਉਹਦੇ ਤੋਂ ਬਾਅਦ ਵਾਲ ਝੜਨੇ ਸ਼ੁਰੂ ਹੋ ਗਏ ਤੇ ਇਹ ਬਿਮਾਰੀ ਤੋਂ ਮੈਂ ਪੀੜਤ ਹੋ ਗਈ, ਵੀ ਉਹ ਪਲ ਬਹੁਤ ਖਤਰਨਾਕ ਸੀ ਮੇਰੇ ਲਈ। ਉਹਦੇ ਤੋਂ ਬਾਅਦ ਜਿਹੜੀ ਇਹ ਸਾਰੀ ਗੱਲਬਾਤ ਉਹਨੇ ਇੰਸਟਾਗ੍ਰਾਮ ਵੀਡੀਓ ਦੇ ਉੱਤੇ ਵੀ ਆਪਣੇ ਦੇ ਉੱਤੇ ਉਹਦੀ ਪਤਨੀ ਨੇ ਇਹ ਦੱਸਿਆ ਸੀ ਕਿ ਉਹ ਐਲੋਪੇਸ਼ੀਆ ਦੇ ਨਾਲ ਲੜ ਰਹੀ ਆ। ਸੋ ਇਸ ਮਾਮਲੇ ਦੇ ਵਿੱਚ ਭਾਵੇਂ ਕਿ ਬਾਅਦ ਦੇ ਵਿੱਚ ਵਿਲ ਸਮਿਥ ਨੇ ਮੰਚ ਦੇ ਉੱਤੇ ਜਾ ਕੇ ਉਹ ਭਾਵੁਕ ਵੀ ਹੋਇਆ, ਰੋਇਆ ਵੀ, ਤੇ ਉਹਨੇ ਮਾਫੀ ਵੀ ਮੰਗੀ ਕਿ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ, ਪਰ ਉਹ ਕਹਿੰਦਾ ਵੀ ਮੈਂ ਆਪਣੀ ਪਤਨੀ ਉੱਤੇ ਕੀਤੇ ਗਏ, ਖਾਸ ਕਰ ਉਹਦੀ ਮੈਡੀਕਲ ਕੰਡੀਸ਼ਨ ਉੱਤੇ ਕੀਤੇ ਗਏ ਇਸ ਕਮੈਂਟ ਨੂੰ ਸਹਾਰ ਨਹੀਂ ਸਕਿਆ ਤੇ ਮੈਂ ਇਸ ਤਰ੍ਹਾਂ ਕਰ ਦਿੱਤਾ। ਹਾਲਾਂਕਿ ਉਹਨੇ ਇਹ ਕਿਹਾ ਕਿ ਕਿਸੇ ਕਿਸਮ ਦੀ ਵਾਇਲੈਂਸ ਜਿਹੜੀ ਆ ਉਹ ਸਹੀ ਨਹੀਂ ਆ, ਨਹੀਂ ਹੋਣੀ ਚਾਹੀਦੀ। ਇਸ ਗੱਲ ਲਈ ਵੀ ਉਹਨੇ ਕਹਿੰਦਾ ਮੈਨੂੰ ਅਹਿਸਾਸ ਆ ਇਸ ਗੱਲ ਦਾ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਲੋਕ ਵੀ ਇਸ ਗੱਲ ਦੀ ਆਸ ਨਹੀਂ ਸੀ ਕਰਦੇ। ਆਮ ਤੌਰ ਦੇ ਉੱਤੇ ਕਿਸੇ ਪਾਰਟੀ ਦੇ ਵਿੱਚ ਕਿਸੇ ਐਕਟਰ ਦਾ ਲੜ ਪੈਣਾ, ਝਗੜ ਪੈਣਾ ਜਾਂ ਹੱਥੋਂ ਪਾਈ ਹੋ ਜਾਣਾ, ਉਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ। ਪਰ ਔਸਕਰ ਦੇ ਇਸ ਅਵਾਰਡ ਦੇ ਵੇਲੇ ਇਸ ਤਰ੍ਹਾਂ ਦੀ ਘਟਨਾ ਦਾ ਵਾਪਰਨਾ ਇਹ ਸੱਚਮੁੱਚ ਦੁਨੀਆ ਦੇ ਲਈ ਹੈਰਾਨ ਕਰਨ ਵਾਲੀ ਗੱਲ ਆ। ਇਹਦੇ ਉੱਤੇ ਲਗਾਤਾਰ ਅੱਜ ਸਾਰਾ ਦਿਨ
ਕੱਲ੍ਹ ਦੀ ਇਹ ਗੱਲ ਤੇ ਅੱਜ ਸਾਰਾ ਦਿਨ ਇਹਦੇ ਉੱਤੇ ਐਸੇ ਤਰ੍ਹਾਂ ਹੀ ਖਬਰਾਂ ਉਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ। ਕੋਈ ਇਹਨੂੰ ਕੋਈ ਅਰਥ ਕੱਢ ਰਿਹਾ, ਜਿਹੜੇ ਵੱਡੇ ਵੱਡੇ ਡਾਇਰੈਕਟਰਸ ਨੇ ਉਹ ਇਹਦੇ ਉੱਤੇ ਆਪਣੇ ਕੌਮੈਂਟ ਕਰ ਰਹੇ ਆ। ਕੋਈ ਵਿਲ ਸਮਿਥ ਨੂੰ ਜਸਟੀਫਾਈ ਕਰ ਰਿਹਾ, ਕੋਈ ਕ੍ਰਿਸ ਰੌਕ ਨੂੰ ਗਲਤ ਕਹਿ ਰਿਹਾ, ਕੋਈ ਦੋਵਾਂ ਨੂੰ ਗਲਤ ਕਹਿ ਰਿਹਾ। ਹਰ ਇੱਕ ਵਿਅਕਤੀ ਆਪਣੀ ਆਪਣੀ ਰਾਏ ਦੇ ਰਿਹਾ, ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਜਿਹਨੇ ਅੱਜ ਵੀ ਸਾਰਾ ਦਿਨ ਅੰਤਰਰਾਸ਼ਟਰੀ ਅਖਬਾਰਾਂ, ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਇਹਦੇ ਉੱਤੇ ਚਰਚਾ ਚੱਲਦੀ ਰਹੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹਦਾ ਅਸਰ ਕੈਨੇਡਾ ਦੇ ਉੱਤੇ ਵੀ ਪੈ ਰਿਹਾ, ਉਹ ਰੂਸ ਯੂਕਰੇਨ ਯੁੱਧ ਦਾ ਮਾਮਲਾ ਆ। ਕਿਤੇ ਨਾ ਕਿਤੇ ਲੱਗ ਰਹੀ ਆ ਆਸ ਕਿ ਰੂਸ ਹੁਣ ਉਧਰਲੇ ਪਾਸੇ ਰੁਕ ਜਾਊਗਾ, ਉਹਦੀ ਕੀਵ ਦੇ ਨੇੜੇ ਜਾਣ ਤੋਂ ਕੁਛ ਗੱਲਬਾਤ ਬਣ ਸਕਦੀ ਆ। 34ਵਾਂ ਦਿਨ ਹੋ ਗਿਆ ਅੱਜ ਲੜਾਈ ਦੇ ਵਿੱਚ ਲੱਗਿਆਂ ਨੂੰ। ਜਿਹੜੇ ਡਿਪਲੋਮੈਟਿਕ ਹੱਲ ਦੇ ਲਈ ਤੁਰਕੀ ਦੇ ਵਿੱਚ ਜਿਹੜੀ ਰੂਸ ਯੂਕਰੇਨ ਡੈਲੀਗੇਸ਼ਨ ਦੀ ਮੀਟਿੰਗ ਖਤਮ ਹੋਈ ਆ। ਰੂਸੀ ਡੈਲੀਗੇਸ਼ਨ ਨੇ ਮੀਟਿੰਗ ਨੂੰ ਸਕਾਰਾਤਮਕ ਦੱਸਿਆ ਵੀ ਇਹ ਪੋਜ਼ੀਟਿਵ ਆ, ਇਹਦੇ ਵਿੱਚੋਂ ਕੁਛ ਨਿਕਲ ਸਕਦਾ। ਹਾਲਾਂਕਿ ਸੀਜ਼ ਫਾਇਰ ਦੇ ਉੱਤੇ ਦੋਨਾਂ ਦੇ ਵਿੱਚ ਸਹਿਮਤੀ ਹੋ ਗਈ ਹੋਵੇ, ਇੱਦਾਂ ਦੀ ਕੋਈ ਗੱਲ ਨਹੀਂ ਵੀ ਅਨਾਊਂਸਮੈਂਟ ਇਸ ਤੁਰਕੀ ਦੀ ਮੀਟਿੰਗ ਤੋਂ ਬਾਅਦ ਦੋਵਾਂ ਨੇ ਆ ਕੇ ਕਹਿ ਦਿੱਤਾ ਹੋਊ ਕਿ ਸਾਡੇ ਵਿੱਚ ਜੰਗਬੰਦੀ ਦਾ ਐਲਾਨ ਹੋ ਗਿਆ, ਪਰ ਆਸ ਕੀਤੀ ਜਾ ਰਹੀ ਹੈ ਕਿ ਇਹਦਾ ਕੁਛ ਨਾ ਕੁਛ ਹਾਂ ਪੱਕੀ ਸਿੱਟੇ ਨਿਕਲਣਗੇ। ਮੀਟਿੰਗ ਤੋਂ ਬਾਅਦ ਰੂਸੀ ਡੈਲੀਗੇਸ਼ਨ ਦਾ ਇੱਕ ਮੈਂਬਰ ਨੇ ਦਾਅਵਾ ਕੀਤਾ ਕਿ ਜਲਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੀ ਤੁਰਕੀ ਦੇ ਵਿੱਚ ਮੁਲਾਕਾਤ ਹੋ ਸਕਦੀ ਹੈ। ਕੁਛ ਜਿਹੜੀਆਂ ਖਬਰਾਂ ਇਹ ਦੱਸ ਰਹੀਆਂ ਕਿ ਇਹਨਾਂ ਦੀ ਜਲਦੀ ਮੁਲਾਕਾਤ ਹੋ ਸਕਦੀ ਆ। ਸੋ ਜਿਹੜੀ ਰਸ਼ੀਆ ਦੀ ਮਿਲਟਰੀ ਆ, ਉਹਨੇ ਅੱਜ ਇਹ ਗੱਲ ਕਹੀ ਆ ਕਿ ਉਹ ਆਪਣੇ ਆਪਰੇਸ਼ਨਸ ਯੂਕਰੇਨ ਦੀ ਰਾਜਧਾਨੀ ਦੇ ਨੇੜੇ ਕੱਟ ਬੈਕ ਕਰ ਸਕਦੇ ਆ, ਘਟਾ ਸਕਦੇ ਆ, ਜਿਹੜਾ ਇਸ ਮਾਮਲੇ ਦੇ ਵਿੱਚ ਕਿ ਜਿਹਨੂੰ ਉਹਨਾਂ ਨੇ ਇੱਕ ਮਤਲਬ ਅੱਜ 34ਵਾਂ ਦਿਨ ਹੋ ਗਿਆ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਪੈਸ਼ਲ ਮਿਲਟਰੀ ਆਪਰੇਸ਼ਨ ਇੱਥੇ ਕਰਨ ਜਾ ਰਹੇ ਹਾਂ। ਯੁੱਧ ਦਾ ਉਹਨਾਂ ਨੇ ਨਾ ਹੀ ਨਹੀਂ ਸੀ ਇਹਨੂੰ ਦਿੱਤਾ, ਤੇ ਹੁਣ ਅੱਜ ਉਹ ਇਸ ਗੱਲ ਲਈ ਸਹਿਮਤ ਹੋਇਆ ਕਿ ਅਸੀਂ ਉਹਨੂੰ ਆਪਰੇਸ਼ਨਸ ਨੂੰ ਆਪਣੇ ਨੂੰ ਘਟਾ ਸਕਦੇ। ਜਿਹੜੇ ਡਿਪਟੀ ਡਿਫੈਂਸ ਮਿਨਿਸਟਰ ਨੇ ਅਲੈਗਜ਼ੈਂਡਰ ਫੋਮਨ, ਉਹਨਾਂ ਨੇ ਕਿਹਾ ਕਿ ਜਿਹੜਾ ਇਹ ਉੱਥੋਂ ਦੇ ਇਹਨਾਂ ਸ਼ਹਿਰਾਂ ਦੇ ਵਿੱਚੋਂ ਪਿੱਛੇ ਹਟਣ ਦਾ ਕੁਛ ਨਾ ਕੁਛ ਸਬੱਬ ਬਣ ਸਕਦਾ ਆ। ਸੋ ਇਹ ਵੀ ਦੇਖਿਆ ਜਾ ਰਿਹਾ ਕਿ ਜਿਹੜਾ ਰੂਸ ਆ ਉਹ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਲਈ, ਇੱਕ ਚੰਗੀ ਗੁੱਡਵਿਲ ਦੇ ਲਈ ਇਸ ਤਰ੍ਹਾਂ ਦਾ ਆਪਣਾ ਸਟੈਪ ਕਰ ਰਿਹਾ ਆ। ਉਹਦੇ ਪਿੱਛੇ ਇਹ ਵੀ ਕਿਤੇ ਨਾ ਕਿਤੇ ਹੈਗਾ ਆ। ਸੋ ਜਿਹੜੀਆਂ ਇਸਤਾਂਬੁਲ ਦੇ ਵਿੱਚ ਗੱਲਾਂ ਬਾਤਾਂ ਹੋਈਆਂ, ਉਹਦੇ ਤੋਂ ਬਾਅਦ ਕੁਛ ਨਾ ਕੁਛ ਆਸ ਬੱਝੀ ਆ ਕਿ ਇਹ ਠੀਕ ਠਾਕ ਹੋ ਸਕਦਾ। ਜਦੋਂ ਇਹ ਥੋੜ੍ਹੀ ਜਿਹੀ ਚੰਗੀ ਖਬਰ ਆਈ ਆ ਕਿ ਦੋਵਾਂ ਦੇ ਜਿਹੜੇ ਦੇਸ਼ਾਂ ਦੇ ਰਾਸ਼ਟਰਪਤੀ ਉਹ ਆਪਸ 'ਚ ਮਿਲ ਸਕਦੇ ਆ ਜਾਂ ਮਸਲਾ ਹੱਲ ਹੋ ਸਕਦਾ, ਉਸੇ ਵੇਲੇ ਜਿਹੜਾ ਵਾਲ ਸਟਰੀਟ ਦੱਸ ਰਹੀ ਹੈ ਕਿ ਜਿਹੜੀ ਸਟਾਕ ਆ ਉਹ ਸਵੇਰੇ ਸਵੇਰੇ ਜਿਹੜਾ ਉਹ ਸਟਾਕ ਮਾਰਕੀਟ ਉੱਤੇ ਚਲੀ ਗਈ, ਉਹਦੇ ਵਿੱਚ ਪ੍ਰੋਗਰੈਸ ਰਿਪੋਰਟ ਕੀਤੀ ਗਈ ਹੈ। ਹੁਣ ਤੱਕ ਦੀਆਂ ਜਿਹੜੀਆਂ ਕੁਝ ਅਪਡੇਟਸ ਦੇਖਦੇ ਹਾਂ ਕਿ ਰੂਸ ਤੇ ਇੱਥੋਂ ਦੇ ਮਾਮਲੇ ਦੇ ਵਿੱਚ ਹੋ ਕੀ ਰਿਹਾ। ਰੂਸ ਦੇ ਵਿਦੇਸ਼ ਮੰਤਰੀ ਸ਼ੰਗਈ ਲਾਵਰੋਵ ਨੇ ਇਹ ਗੱਲ ਕਹੀ ਆ ਕਿ ਵਿਰੋਧੀ ਦੇਸ਼ਾਂ ਦੇ ਨਾਗਰਿਕਾਂ ਨੂੰ ਰੂਸ ਦਾ ਵੀਜ਼ਾ ਮਿਲਣਾ ਮੁਸ਼ਕਲ ਹੋ ਜਾਊਗਾ। ਯੂਕਰੇਨ ਨੇ ਬ੍ਰਿਟਨ ਸਟਾਰ ਸਟ੍ਰੀਕ ਸਿਸਟਮ ਉਹਨਾਂ ਨੂੰ ਇਹ ਦੇ ਰਿਹਾ ਆ, ਇਸ ਗੱਲ ਦੀ ਵੀ ਖਬਰ ਆਈ ਆ। ਰੂਸ ਨੇ ਉੱਧਰੋਂ ਪਰਮਾਣੂ ਹਮਲੇ ਦੀਆਂ ਧਮਕੀਆਂ ਨਾਲ ਉਹ ਦਿੱਤੇ ਜਾ ਰਹੇ ਆ, ਜਿਹਦੇ ਤੋਂ ਬਾਅਦ ਬ੍ਰਿਟਨ ਨੇ ਇਹ ਫੈਸਲਾ ਕੀਤਾ ਕਿ ਅਸੀਂ ਯੂਕਰੇਨ ਨੂੰ ਸਟਾਰ ਸਟ੍ਰੀਕ ਸਿਸਟਮ ਦੇਵਾਂਗੇ। ਯੂਕਰੇਨ ਦੇ ਸਭ ਤੋਂ ਵੱਡੇ ਟੈਲੀਕਾਮ ਸਰਵਿਸ ਪ੍ਰੋਵਾਈਡਰ ਦੇ ਉੱਤੇ ਸਾਈਬਰ ਅਟੈਕ ਸ਼ੁਰੂ ਹੋਇਆ। ਕਿਹਨੇ ਸਾਈਬਰ ਅਟੈਕ ਕੀਤਾ ਪਤਾ ਨਹੀਂ, ਪਰ ਲੜਾਈ ਰੂਸ ਦੇ ਨਾਲ ਲੱਗੀ ਆ ਤੇ ਮੰਨਿਆ ਜਾ ਰਿਹਾ ਕਿ ਰੂਸ ਨੇ ਹੁਣ ਯੂਕਰੇਨ ਦੀ ਸਾਰੀ ਟੈਲੀਕਮਿਊਨੀਕੇਸ਼ਨ ਨੂੰ ਖਤਮ ਕਰਨ ਦੇ ਲਈ ਉੱਥੇ ਸਾਈਬਰ ਅਟੈਕ ਸ਼ੁਰੂ ਕੀਤੇ ਆ। ਅਮਰੀਕਾ ਨੇ ਜਰਮਨੀ ਦੇ ਵਿੱਚ 6 ਨੇਵੀ ਇਲੈਕਟ੍ਰੋਨਿਕ ਵਾਰਫੇਅਰ ਜੈੱਟ ਤੇ 240 ਸੈਨਿਕ ਤੈਨਾਤ ਕਰ ਦਿੱਤੇ ਆ। ਰੂਸ ਦੇ ਹਮਲੇ ਦਾ ਸਮਰਥਨ ਕਰਨ ਦਾ ਪ੍ਰਤੀਕ ਜਿਹੜਾ ਜ਼ੈਡ ਦਾ ਹੈਗਾ ਆ, ਉਹ ਲੈਟਰ, ਉਹ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਦੇ ਉੱਤੇ ਜਰਮਨੀ ਦੇ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ ਆ। ਸੰਯੁਕਤ ਰਾਸ਼ਟਰ ਦੀ ਪਰਮਾਣੂ ਏਜੰਸੀ ਦੇ ਜਿਹੜੇ ਚੰਗੇ ਦੇਸ਼ ਨੇ, ਉਹਨਾਂ ਨੇ ਇਹਦੀ ਪਰਮਾਣੂ ਦੇ ਉੱਤੇ ਪਰਮਾਣੂ ਸੁਰੱਖਿਆ ਸੰਬੰਧੀ ਗੱਲਬਾਤ ਕਰਨ ਦੇ ਲਈ ਯੂਕਰੇਨ ਪਹੁੰਚਿਆ। ਯੂਕਰੇਨ ਦੇ ਵਿੱਚ ਪਰਮਾਣੂ ਸੁਰੱਖਿਆ ਨੂੰ ਲੈ ਕੇ ਜਿਹੜੀ ਉਹਨਾਂ ਦੀ ਮਾਹਰਾਂ ਦੀ ਟੀਮ ਆ, ਉਹਦੇ ਨਾਲ ਗੱਲਬਾਤ ਹੋ ਸਕਦੀ ਆ। ਸੋ ਇਹ ਵੀ ਦੱਸਿਆ ਜਾ ਰਿਹਾ ਕਿ ਰੂਸ ਦੇ ਅਰਬਪਤੀ ਤੇ ਉਹ ਜਿਹੜੇ ਹੈਗੇ ਚੈਲਸੀ ਫੁੱਟਬਾਲ ਕਲੱਬ ਦੇ ਮਾਲਕ ਰੋਮਨ ਅਬਰਾਮੋਵਿਚ ਯੂਕਰੇਨ ਦੇ ਰਾਸ਼ਟਰਪਤੀ ਨੂੰ ਇੱਕ ਖੱਤ ਲਿਖਿਆ ਸੀ, ਜਿਹੜਾ ਚਿੱਠੀ ਲਿਖੀ ਸੀ ਵਲਾਦੀਮੀਰ ਪੁਤਿਨ ਦੇ ਕੋਲ, ਉੱਥੇ ਪਹੁੰਚੇ ਸੀ। ਉਹ ਚਿੱਠੀ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਉਹਨਾਂ ਸ਼ਰਤਾਂ ਦੇ ਬਾਰੇ ਦੱਸਿਆ ਸੀ ਜਿਨ੍ਹਾਂ ਨਾਲ ਯੁੱਧ ਰੋਕਿਆ ਜਾ ਸਕਦਾ, ਤੇ ਇਹਦੇ ਉੱਤੇ ਕਹਿੰਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭੜਕ ਗਏ ਤੇ ਉਹ ਕਹਿੰਦੇ ਵੀ ਮੈਂ ਯੂਕਰੇਨ ਨੂੰ ਬਰਬਾਦ ਕਰ ਦਊਂਗਾ, ਇਹ ਸ਼ਬਦ ਉਹਨਾਂ ਨੇ ਵਰਤਿਆ। ਸੋ ਯੂਕਰੇਨ ਦੇ ਕੁਛ ਹਲਕੇ ਦੇ ਵਿੱਚ ਦੱਸਦੇ ਆ ਕਿ ਰਾਕਟ ਹਮਲਿਆਂ ਦੇ ਨਾਲ ਕੁਛ ਤੇਲ ਡਿਪੂ ਪ੍ਰਭਾਵਿਤ ਹੋਏ ਆ। ਕੀਵ ਦੇ ਮੇਅਰ ਵਿਟਾਲੀ ਕ੍ਰਿਸਟੋਲ ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਆ। ਜੰਗ ਦੇ ਲਗਭਗ 82 ਬਹੁ ਮੰਜ਼ਲਾ ਇਮਾਰਤਾਂ ਜਿਹੜੀਆਂ ਉਹ ਤਬਾਹ ਹੋ ਗਈਆਂ।
ਕਾਫੀ ਵੱਡਾ ਨੁਕਸਾਨ ਇੱਥੇ ਤੱਕ ਹੋਇਆ। ਖਾਰਕੀਵ ਦੇ ਵਿੱਚ 30% ਤੋਂ ਜ਼ਿਆਦਾ ਲੋਕ ਉਹ ਸਾਰੇ ਸ਼ਹਿਰ ਨੂੰ ਖਾਲੀ ਕਰਕੇ ਬਾਹਰ ਜਾ ਚੁੱਕੇ ਆ। ਯੂਕਰੇਨ 'ਚ ਹੁਣ ਤੱਕ ਦੱਸਦੇ ਆ ਕਿ 78,000 ਕਰੋੜ ਦਾ ਇਨਫਰਾਸਟ੍ਰਕਚਰ ਤਬਾਹ ਹੋ ਗਿਆ। ਰਾਜਧਾਨੀ ਕੀਵ, ਲੀਵ ਸਮੇਤ ਕਈ ਸ਼ਹਿਰਾਂ ਦੇ ਵਿੱਚ ਰਿਹਾਇਸ਼ੀ ਜਿਹੜੇ ਇਲਾਕੇ ਆ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਏ ਆ। ਸੋ ਇਹ ਕੱਲ੍ਹ ਤੱਕ ਹੋ ਸਕਦਾ ਇਹ ਗੱਲਬਾਤ ਦਾ ਕੋਈ ਪਤਾ ਲੱਗੇ ਕਿ ਇਹ ਹੁਣ ਉੱਥੋਂ ਰੂਸ ਉਹਨਾਂ ਦੀ ਰਾਜਧਾਨੀ ਤੋਂ ਥੋੜ੍ਹਾ ਜਿਹਾ ਪਿੱਛੇ ਹਟਣ ਲਈ ਜਾਂ ਉੱਥੋਂ ਆਪਣੇ ਜਿਹੜੇ ਮਿਲਟਰੀ ਆਪਰੇਸ਼ਨ ਉਹਨੂੰ ਘਟਾਉਣ ਦੇ ਲਈ ਸਹਿਮਤ ਹੋ ਗਿਆ ਤੇ ਇਹ ਉਹਦੇ ਲਈ ਮੰਨਦਾ ਆ ਜਾਂ ਨਹੀਂ। ਗ੍ਰੀਨ ਹਾਊਸ ਗੈਸਿਸ ਬਹੁਤ ਵਾਰੀ ਗੱਲਬਾਤ ਹੁੰਦੀ ਆ। ਕਲਾਈਮੇਟ ਚੇਂਜ ਦੇ ਬਾਰੇ ਬਹੁਤ ਵਾਰੀ ਗੱਲਬਾਤ ਹੁੰਦੀ ਆ ਕਿ ਵਾਤਾਵਰਣ ਦੇ ਵਿੱਚ ਜਿਹੜੀ ਤਬਦੀਲੀ ਆ ਰਹੀ ਹੈ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ, ਤੇ ਇਹਦਾ ਇੱਕੋ ਇੱਕ ਤਰੀਕਾ ਆ ਕਿ ਜਿਹੜੀ ਗ੍ਰੀਨ ਹਾਊਸ ਗੈਸਿਸ ਆ ਉਹਨਾਂ ਦਾ ਐਮਿਸ਼ਨ ਘਟਾਇਆ ਜਾਵੇ। ਸਰਕਾਰ ਕੈਨੇਡਾ ਦੀ ਇਹਦੇ ਬਾਰੇ ਇੱਕ ਰੋਡ ਮੈਪ ਦੇ ਰਹੀ ਹੈ, ਇੱਕ ਦੱਸ ਰਹੀ ਹੈ ਕਿ ਅਸੀਂ ਸਾਡੇ ਕੋਲ ਆਹ ਤਰੀਕਾ ਆ, ਇਸ ਤਰੀਕੇ ਨਾਲ ਚੱਲਦੇ ਹਾਂ ਅਸੀਂ ਪ੍ਰਦੂਸ਼ਣ ਘਟਾ ਸਕਦੇ ਹਾਂ। ਪਿਛਲੇ ਸਮੇਂ ਦੇ ਵਿੱਚ ਚਾਹੇ ਐਮਾਜ਼ੋਨ ਦੇ ਜੰਗਲ ਸੀ, ਚਾਹੇ ਕੈਲੀਫੋਰਨੀਆ ਦੇ ਵਿੱਚ ਸੀ, ਤੇ ਚਾਹੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੀ, ਜਿੰਨੀ ਗਰਮੀ ਪਈ ਹੈ, ਜਿੰਨੀ ਭਿਆਨਕ ਗਰਮੀ ਪਈ ਆ, ਉਹਨੇ ਸਾਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ। ਕਿਤੇ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ, ਕਿਤੇ ਮੌਸਮ ਬਹੁਤ ਜ਼ਿਆਦਾ ਬਦਲ ਰਹੇ ਆ, ਕਿਤੇ ਇੰਡੀਆ ਵਰਗੇ ਪੰਜਾਬ ਵਰਗੇ ਥਾਵਾਂ ਦੇ ਉੱਤੇ ਗਰਮੀ ਸਮੇਂ ਤੋਂ ਪਹਿਲਾਂ ਪੈਣੀ ਸ਼ੁਰੂ ਹੋ ਚੁੱਕੀ ਹੈ। ਇਹ ਸਾਰੇ ਕੁਛ ਦੇ ਪਿੱਛੇ ਇੱਕੋ ਹੀ ਇੱਕ ਕਾਰਨ ਆ, ਵਾਤਾਵਰਣ ਦੇ ਵਿੱਚ ਤਬਦੀਲੀ। ਤੇ ਵਾਤਾਵਰਣ ਜਿਹੜਾ ਹੈ ਉਹ ਪ੍ਰਭਾਵਿਤ ਹੋ ਰਿਹਾ ਗੈਸਾਂ ਦੇ ਨਾਲ, ਚਾਹੇ ਉਹ ਕਾਰਾਂ 'ਚੋਂ ਗੈਸਾਂ ਨਿਕਲਦੀਆਂ, ਚਾਹੇ ਫੈਕਟਰੀਆਂ 'ਚੋਂ ਗੈਸਾਂ ਨਿਕਲਦੀਆਂ। ਹੁਣ ਇਹ ਵਾਤਾਵਰਣ ਦਾ ਮੁੱਦਾ ਥੋੜ੍ਹਾ ਸਮਾਂ ਪਹਿਲਾਂ ਮੁੱਖ ਮੁੱਦਾ ਕਦੇ ਵੀ ਨਹੀਂ ਰਿਹਾ, ਵੋਟਾਂ ਦੇ ਵਿੱਚ ਵੀ ਨਹੀਂ ਸੀ ਇਹ ਮੁੱਦਾ ਬਣਦਾ, ਪਰ ਹੁਣ ਲੋਕਾਂ ਦੇ ਵਿੱਚ ਜਿਵੇਂ ਜਾਗਰੂਕਤਾ ਆਈ ਆ, ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਆ ਕਿ ਸਰਕਾਰਾਂ ਕਰ ਕੀ ਰਹੀਆਂ ਇਹਦੇ ਲਈ, ਇਹਨੂੰ ਰੋਕਣ ਦੇ ਲਈ। ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਰੋਡ ਮੈਪ ਜਿਹੜਾ ਕੈਨੇਡਾ ਸਰਕਾਰ ਨੇ ਦਿੱਤਾ, ਜਿਹੜਾ ਪਾਰਲੀਮੈਂਟ ਦੇ ਵਿੱਚ ਅੱਜ ਮੰਗਲਵਾਰ ਨੂੰ ਉਹ ਗੈਸ ਰਿਡਕਸ਼ਨ ਗ੍ਰੀਨ ਹਾਊਸ ਗੈਸ ਰਿਡਕਸ਼ਨ ਪਲਾਨ ਅੱਜ ਮੰਗਲਵਾਰ ਨੂੰ ਪਾਰਲੀਮੈਂਟ ਦੇ ਵਿੱਚ ਰੱਖਿਆ ਗਿਆ। ਸਰਕਾਰ ਨੇ ਸੈਕਟਰ ਬਾਈ ਸੈਕਟਰ ਡਿਟੇਲ ਦਿੱਤੀ ਹੈ ਇਸ ਰੋਡ ਮੈਪ ਦੇ ਉੱਤੇ ਕਿ ਅਸੀਂ ਇਹ ਐਮਿਸ਼ਨ ਨੂੰ ਕਿੱਦਾਂ ਰੋਕ ਰਹੇ ਹਾਂ। ਵੀ 40 ਤੋਂ 45% ਜਿਹੜਾ 2005 ਦੇ ਵਿੱਚ ਲੈਵਲ ਹੁੰਦਾ ਸੀ ਉਹਨੂੰ 40 ਤੋਂ 45% ਥੱਲੇ ਘਟਾ ਲੈਣਾ ਇਸ ਦਹਾਕੇ ਦੇ ਆਖਰ ਤੱਕ। ਤੇ ਉਹਦੇ ਲਈ ਲੀਗਲ ਰਿਕੁਆਇਰਮੈਂਟ ਕੀ ਚਾਹੀਦੀਆਂ, ਨੈਟ ਜ਼ੀਰੋ ਕੰਟੇਬਿਲਿਟੀ ਲਾ ਕੀ ਆ, ਉਹ ਪਿਛਲੇ ਸਾਲ ਪਾਸ ਕੀਤਾ ਸੀ ਲਿਬਰਲ ਸਰਕਾਰ ਨੇ, ਉਹਦੇ ਬਾਰੇ ਹੁਣ ਗੱਲਾਂ ਬਾਤਾਂ ਕਰ ਰਿਹਾ ਕਿ ਕੀ ਕੀਤਾ ਜਾਊਗਾ। ਜਿਹੜੀ 2030 ਐਮਿਸ਼ਨ ਰਿਡਕਸ਼ਨ ਪਲਾਨ ਆ ਕਿ ਇਸ 2000 ਵਾਲੇ ਦਹਾਕਾ ਜਿਹੜਾ ਚੱਲ ਰਿਹਾ ਆ ਇਹਦੇ ਆਖਰ ਤੱਕ, ਯਾਨੀ ਕਿ 2030 ਤੱਕ ਇਹਨੂੰ ਰਿਡਕਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ। ਗ੍ਰੀਨ ਹਾਊਸ ਗੈਸਿਸ ਉਹ ਗੈਸਿਸ ਨੇ, ਕਾਰਾਂ ਦੇ ਵਿੱਚੋਂ, ਫੈਕਟਰੀਆਂ ਦੇ ਵਿੱਚੋਂ ਕੁਛ ਇੱਦਾਂ ਦੀਆਂ ਖਤਰਨਾਕ ਗੈਸਾਂ ਨਿਕਲ ਰਹੀਆਂ ਆ ਜਿਹੜੀਆਂ ਹਵਾ ਦੇ ਵਿੱਚ ਜਾਂਦੀਆਂ ਆ, ਅਤੇ ਜਦੋਂ ਉਹ ਗੈਸਾਂ ਕਹਿੰਦੇ ਹਵਾ ਦੇ ਵਿੱਚ ਰਹਿੰਦੀਆਂ ਆ ਤਾਂ ਜਿਹੜੀ ਧੁੱਪ ਆਉਂਦੀ ਆ, ਉਹ ਸੂਰਜ ਦੀ ਰੌਸ਼ਨੀ ਇੱਥੇ ਆਉਂਦੀ ਆ, ਉਹ ਰੌਸ਼ਨੀ ਦੇ ਨਾਲ ਗੈਸਾਂ ਗਰਮ ਹੋ ਜਾਂਦੀਆਂ, ਅਤੇ ਉਹ ਗਰਮ ਹੋਣ ਦੇ ਨਾਲ ਸਾਰਾ ਵਾਤਾਵਰਨ ਗਰਮ ਹੋ ਜਾਂਦਾ ਅਤੇ ਦੁਨੀਆ ਦਾ ਤਾਪਮਾਨ ਵੱਧ ਰਿਹਾ। ਔਰ ਇਹਦਾ ਪ੍ਰਭਾਵ ਇਕੱਲੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਨਹੀਂ ਆ, ਵਾਤਾਵਰਨ ਦਾ ਪ੍ਰਭਾਵ ਪੂਰੀ ਦੁਨੀਆ ਦੇ ਉੱਤੇ, ਅਤੇ ਪੂਰੀ ਦੁਨੀਆ ਦੇ ਵਿੱਚ ਖਾਸ ਕਰ ਜਿਹੜੇ ਐਡਵਾਂਸ ਕੰਟਰੀ ਨੇ ਉਹ ਇਸ ਗੱਲ ਨੂੰ ਯਤਨ ਕਰ ਰਿਹਾ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਖਤਰਨਾਕ ਗੈਸਾਂ ਨੂੰ ਬਾਹਰ ਨਿਕਲਣ ਤੋਂ ਬਚਾਇਆ ਜਾ ਸਕੇ। ਹੁਣ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ ਰਹੇ ਆ, ਇਹ ਵੀ ਇਸੇ ਕਰਕੇ ਹੀ ਆ ਕਿ ਜਿਹੜਾ ਧੂੰਆਂ ਆ ਇਹ ਬੰਦ ਹੋਵੇ, ਤਾਂ ਇਹਨੂੰ 2030 ਤੱਕ ਜਾ ਕੇ ਇਸ 2030 ਐਮਿਸ਼ਨ ਰਿਡਕਸ਼ਨ ਪਲਾਨ ਨੂੰ ਅਚੀਵ ਕੀਤਾ ਜਾ ਸਕਦਾ ਹੈ। ਸੋ ਅਗਲਾ ਸਟੈਪ ਕੈਨੇਡਾ ਸਰਕਾਰ ਨੇ ਇਹ ਕਿਹਾ ਕਿ ਸਾਡਾ ਕਲੀਨ ਏਅਰ ਆ, ਸਟਰੋਂਗ ਇਮਿਊਨਿਟੀ ਆ, ਇਕੋਨਮੀ ਆ, ਇਹ ਪ੍ਰੋਜੈਕਟ ਕੀਤੀ ਜਾ ਰਹੀ ਆ ਕਿ ਜਿਹੜੀ ਇਲੈਕਟ੍ਰੀਸਿਟੀ ਐਮਿਸ਼ਨ ਆ ਇਹਨੂੰ ਅਸੀਂ ਬਿਲਕੁਲ ਜ਼ੀਰੋ ਕਰ ਦਿਆਂਗੇ ਇਸ ਦਹਾਕੇ ਦੇ ਅੰਤ ਤੱਕ। ਤੇ ਪਰ ਜਿਹੜੀ ਟਰਾਂਸਪੋਰਟੇਸ਼ਨ ਸੈਕਟਰ ਆ ਉਹਦੇ ਵਿੱਚ ਥੋੜ੍ਹਾ ਬਹੁਤਾ ਸਮਾਂ ਲੱਗ ਸਕਦਾ। 9.1 ਬਿਲੀਅਨ ਦੀ ਨਵੀਂ ਇਨਵੈਸਟਮੈਂਟ ਅਨਾਊਂਸ ਕੀਤੀ ਹੈ, ਜਿਹਦੇ ਵਿੱਚ $1 ਬਿਲੀਅਨ ਸਿਰਫ ਇਲੈਕਟ੍ਰਿਕ ਵਹੀਕਲ ਵੱਲ ਮੂਵ ਕਰਨ ਦੇ ਉੱਤੇ ਕੈਨੇਡਾ ਸਰਕਾਰ ਲਾ ਰਹੀ ਹੈ। $1 ਬਿਲੀਅਨ ਤਾਂ ਕਿ ਲੋਕ ਆ ਗੈਸ ਵਾਲੀਆਂ ਕਾਰਾਂ ਬੰਦ ਕਰਕੇ ਇਲੈਕਟ੍ਰਿਕ ਵਹੀਕਲ ਦੇ ਉੱਤੇ ਆ ਜਾਣ, ਕਿਉਂਕਿ ਭਵਿੱਖ ਹੁਣ ਇਲੈਕਟ੍ਰਿਕ ਵਹੀਕਲਸ ਆਈ ਆ। ਸਸਤਾ ਆ ਉਹ, ਪਰ ਉਹਦੇ ਨਾਲ ਨਾਲ ਜਿਹੜੀ ਵੱਡੀ ਚੀਜ਼ ਆ ਕਿ ਜਿਹੜੀ ਉਹਦੀ ਖਤਰਨਾਕ ਗੈਸਾਂ ਨਿਕਲਦੀਆਂ, ਧੂੰਆਂ ਉਹਦੇ ਵਿੱਚ ਨਹੀਂ ਨਿਕਲਦਾ, ਅਤੇ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਸੇ ਤਰ੍ਹਾਂ ਜਿਹੜਾ $1 ਮਿਲੀਅਨ ਜਿਹੜਾ ਉਹ ਫਾਰਮਰਸ ਦੀ ਅਤੇ ਦੂਜੀਆਂ ਕਮਿਊਨਿਟੀਜ਼ ਦੀ ਸਪੋਰਟ ਦੇ ਉੱਤੇ ਲਾ ਰਹੀਆਂ, ਤਾਂ ਕਿ ਉਹ ਵੀ ਇਹ ਜ਼ੀਰੋ ਐਮਿਸ਼ਨ ਵਾਲੀ ਪਾਲਿਸੀ ਵੱਲ ਜਾ ਕੇ ਕਲੀਨ ਏਅਰ ਦੇ ਵਿੱਚ ਆਪਣਾ ਪਾਰਟ ਕਰ ਸਕਣ। ਪਿਛਲੇ ਸਮੇਂ ਦੇ ਵਿੱਚ 11 ਪਲਾਨ ਆਊਟਲਾਈਨ ਕੀਤੇ ਸੀ ਕੈਨੇਡਾ ਨੇ, 9 ਡਿਫਰੈਂਟ ਐਮਿਸ਼ਨ ਟਾਰਗੇਟ ਸੈੱਟ ਕੀਤੇ ਸੀ 1988 ਦੇ ਵਿੱਚ, ਪਰ ਇਹ ਵੀ ਇੱਥੇ ਸੱਚਾਈ ਆ ਕਿ ਜਿਹੜੇ 1988 ਦੇ ਵਿੱਚ ਟਾਰਗੇਟ ਸੈੱਟ ਕੀਤੇ ਸੀ ਹਜੇ ਤੱਕ ਉਹ ਵੀ ਪੂਰੇ ਨਹੀਂ ਕੀਤੇ ਗਏ। ਸੋ ਜਿਹੜਾ ਇਹ ਇੱਕ ਹਿਸਟੋਰੀਕਲੀ ਮਿਸ ਕੀਤੇ ਇਹਨਾਂ ਨੇ ਇਹਨਾਂ ਟਾਰਗੇਟਸ ਨੂੰ, ਬਹੁਤ ਸਾਰੇ ਉਹਦੇ ਕਾਰਨ ਸਰਕਾਰ ਦੱਸ ਰਹੀ ਆ। ਜਿਹੜੇ ਕਲਾਈਮੇਟ ਐਕਸ਼ਨ ਨੈਟਵਰਕ ਕੈਨੇਡਾ ਪਾਲਿਸੀ ਮੈਨੇਜਰ ਨੇ ਕੈਰੋਲੀਨ, ਉਹ ਇਸ ਗੱਲਬਾਤ ਬਾਰੇ ਦੱਸ ਰਹੇ ਆ ਕਿ ਅਸੀਂ ਇਹਨੂੰ ਨਹੀਂ ਹਜੇ ਤੱਕ ਪੂਰਾ ਕਰ ਸਕੇ। ਸੋ ਹੁਣ ਇੱਕ ਚੇਂਜ ਦੀ ਆਸ ਕੀਤੀ ਜਾ ਰਹੀ ਹੈ। ਸਰਕਾਰ ਨੇ ਬਹੁਤ ਵੱਡੇ ਫੈਸਲੇ ਲਏ ਆ, ਵੱਡੀ ਇਨਵੈਸਟਮੈਂਟ ਇਹਦੇ ਵਿੱਚ ਕੀਤੀ ਜਾਣੀ ਆ, ਰੋਡ ਮੈਪ ਪੂਰੇ ਦਾ ਪੂਰਾ ਦੇ ਦਿੱਤਾ ਆ,
ਤੇ ਆਲੋਚਨਾ ਵੀ ਇਹਦੀ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਸਫਲ ਉਹਨਾਂ ਨਹੀਂ ਹੋਊਗਾ ਕਿ ਜੇ ਸਰਕਾਰ ਨੇ ਪਹਿਲਾਂ ਇਹਨੂੰ ਸਫਲ ਨਹੀਂ ਕੀਤਾ ਤਾਂ ਹੁਣ ਕਿਸ ਤਰੀਕੇ ਦੇ ਨਾਲ ਵੱਖ-ਵੱਖ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਇਹਨੂੰ ਕਿਸ ਤਰੀਕੇ ਨਾਲ ਸਫਲ ਕਰ ਸਕਦੇ ਆ। ਪਰ ਤੁਹਾਨੂੰ ਇਹ ਵੀ ਪਤਾ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹ এনवायरमेंट ਐਂਡ ਕਲਾਈਮੇਟ ਮਿਨਿਸਟਰ ਸਟੀਵਨ ਗਿਲਬਰਟ ਤੇ ਨੈਚੁਰਲ ਰਿਸੋਰਸ ਮਿਨਿਸਟਰ ਜੋਨਾਥਨ ਵਿਲਕਿੰਸਨ ਨਾਲ ਵੈਨਕੂਵਰ ਦੇ ਵਿੱਚ ਮੰਗਲਵਾਰ ਨੂੰ ਅੱਜ ਉਹਨਾਂ ਨੇ ਗੱਲਬਾਤ ਵੀ ਕੀਤੀ ਆ। ਸੋ ਉਹਦੇ ਵਿੱਚੋਂ ਵੀ ਕੁਛ ਨਾ ਕੁਛ ਜਿਹੜਾ ਗੱਲਬਾਤ ਸਾਹਮਣੇ ਆਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸਿੱਟੇ ਇਹ ਸਾਰੇ ਕੁਛ ਦੇ ਨਿਕਲ ਸਕਦੇ ਆ। ਜਦੋਂ ਕੋਵਿਡ-19 ਦੀ ਵੈਕਸੀਨ ਆਈ ਸੀ ਉਹਦੇ ਤੋਂ ਬਾਅਦ ਇਸ ਵੈਕਸੀਨ ਬਾਰੇ ਬਹੁਤ ਤਰ੍ਹਾਂ ਦੀ ਮਿਸ ਇਨਫੋਰਮੇਸ਼ਨ ਲੋਕਾਂ ਦੇ ਸਾਹਮਣੇ ਆਈ। ਜਿੱਥੇ ਇਸ ਵੈਕਸੀਨ ਨੇ ਅੱਜ ਸਾਨੂੰ ਪਤਾ 85% ਤੋਂ ਜ਼ਿਆਦਾ ਲੋਕਾਂ ਦੇ ਕੈਨੇਡਾ ਦੇ ਵਿੱਚ ਵੈਕਸੀਨ ਲੱਗ ਚੁੱਕੀ ਆ। ਕੋਵਿਡ ਨੇ ਜਿੰਨੀਆਂ ਜਾਨਾਂ ਲਈਆਂ ਵੈਕਸੀਨ ਨੇ ਇੱਕ ਬਹੁਤ ਵੱਡਾ ਯੋਗਦਾਨ ਇਸ ਗੱਲਬਾਤ ਦੇ ਵਿੱਚ ਦਿੱਤਾ ਕਿ ਅੱਜ ਅਸੀਂ ਕੋਵਿਡ ਤੋਂ ਮੁਕਤ ਹੋ ਕੇ ਲਗਭਗ ਮੁਕਤ ਹੋ ਕੇ ਇੱਕ ਆਮ ਵਰਗੀ ਜ਼ਿੰਦਗੀ ਵੱਲੋਂ ਪਰਤ ਰਹੇ ਹਾਂ। ਪਰ ਕੁਝ ਲੋਕ ਇਸ ਸਮੇਂ ਦੇ ਵਿੱਚ ਉਹ ਸੀ ਜਿਨ੍ਹਾਂ ਨੇ ਗਲਤ ਜਾਣਕਾਰੀ ਫੈਲਾਈ ਇਸ ਸਾਰੇ ਕੁਛ ਦੇ ਬਾਰੇ ਕਿ ਵੈਕਸੀਨ ਦੇ ਨਾਲ ਨੁਕਸਾਨ ਹੁੰਦੇ ਆ ਜੀ, ਵੈਕਸੀਨ ਦੇ ਨਾਲ ਜਿਹੜੀ ਫਰਟੀਲਿਟੀ ਆ ਔਰਤਾਂ ਦੀ ਉਹਦੇ ਉੱਤੇ ਫਰਕ ਪੈਂਦਾ, ਵੈਕਸੀਨ ਦੇ ਨਾਲ ਸਟਿਲ ਬਰਥ ਹੁੰਦੇ ਆ, ਜਿਹੜੇ ਬੱਚੇ ਦਾ ਜਦੋਂ ਜਨਮ ਹੁੰਦਾ ਉਹਦੀ ਉਸੇ ਵੇਲੇ ਮੌਤ ਹੋਈ ਹੁੰਦੀ ਆ। ਕਈ ਤਰ੍ਹਾਂ ਦੀ ਗਲਤ ਜਾਣਕਾਰੀ ਇਸ ਵੈਕਸੀਨ ਬਾਰੇ ਫੈਲਾਈ ਗਈ। ਜਦੋਂ ਕੋਈ ਆਮ ਬੰਦਾ ਇਸ ਤਰ੍ਹਾਂ ਦੀ ਜਾਣਕਾਰੀ ਫੈਲਾਉਂਦਾ ਹੈ ਤਾਂ ਉਹਦਾ ਸ਼ਾਇਦ ਉਨਾ ਜ਼ਿਆਦਾ ਅਸਰ ਨਹੀਂ ਹੁੰਦਾ, ਪਰ ਜਦੋਂ ਕੋਈ ਕੁਆਲੀਫਾਈਡ ਡਾਕਟਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲਾ ਡਾਕਟਰ ਇਹ ਗੱਲ ਕਵੇ ਕਿ ਇਹ ਵੈਕਸੀਨ ਦੇ ਨੁਕਸਾਨ ਆ ਤਾਂ ਉਹ ਗੱਲ ਹੋਰ ਵੀ ਖਤਰਨਾਕ ਹੋ ਜਾਂਦੀ ਹੈ। ਲੋਕ ਉਹਦੇ 'ਤੇ ਯਕੀਨ ਕਰਦੇ ਆ ਤੇ ਫਿਰ ਇਹ ਗੱਲਬਾਤ ਹੋਰ ਤੇਜ਼ੀ ਦੇ ਨਾਲ ਫੈਲਣੀ ਸ਼ੁਰੂ ਹੋ ਜਾਂਦੀ ਹੈ। ਸੋ ਜਿਹੜਾ ਕੋਵਿਡ-19 ਮਿਸ ਇਨਫੋਰਮੇਸ਼ਨ ਫੈਲਾਉਣ ਦੇ ਲਈ ਇੱਕ ਡਾਕਟਰ ਪਿਛਲੇ ਸਮੇਂ ਦੇ ਵਿੱਚ ਮਸ਼ਹੂਰ ਹੋਇਆ ਸੀ ਬ੍ਰਿਟਿਸ਼ ਕੋਲੰਬੀਆ ਦਾ, ਉਹਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਕਿ ਉਹ ਮੈਡੀਸਨ ਦੀ ਪ੍ਰੈਕਟਿਸ ਨਹੀਂ ਕਰ ਸਕਦਾ। ਵੈਨਕੂਵਰ ਕੋਸਟਲ ਹੈਲਥ ਨੇ ਇਸ ਚੀਜ਼ ਦੇ ਲਈ ਇੱਕ ਜਿਹੜੀ ਐਂਟੀ ਵੈਕਸੀਨ ਜਿਹੜੀ ਇਹ ਕੈਂਪੇਨ ਸੀਗੀ ਸਰਕੂਲੇਟ ਹੋ ਰਹੀ ਸੀ ਔਨਲਾਈਨ ਫੇਸਬੁੱਕ ਪੋਸਟ ਦੇ ਉੱਤੇ, ਤੇ ਜਿਸ ਤਰੀਕੇ ਦੇ ਨਾਲ ਕੋਵਿਡ-19 ਦੇ ਬਾਰੇ ਜਿਹੜੀਆਂ ਲੋਕਲ ਹਸਪੀਟਲ ਦੇ ਵਿੱਚ ਸਟਿਲ ਬੋਰਨ ਬੇਬੀਜ਼ ਦੀ ਗੱਲਬਾਤ ਹੋ ਰਹੀ ਸੀ ਉਹਦੇ ਬਾਰੇ ਸਪਸ਼ਟੀਕਰਨ ਵੀ ਦਿੱਤਾ ਸੀ ਕਿ ਇਹ ਰਿਊਮਰਸ ਨੇ, ਇਹ ਡਿਸਇਨਫੋਰਮੇਸ਼ਨ ਆ ਸਪਰੈਡ ਹੋ ਰਹੀ ਸੋਸ਼ਲ ਮੀਡੀਆ 'ਤੇ ਇੱਧਰ ਉੱਧਰ, ਤੇ ਖਾਸ ਕਰਕੇ ਜਿਹੜੀ ਲਾਇਨਸਗੇਟ ਹਸਪੀਟਲ ਦੇ ਬਾਰੇ ਵੀ ਇਹ ਗਲਤ ਆ ਕਿ ਉੱਥੇ ਵੈਕਸੀਨੇਟਡ ਮਦਰਸ ਨੇ ਜਿਹੜੇ ਇਹ ਮਰੇ ਹੋਏ ਬੱਚਿਆਂ ਨੂੰ ਜਨਮ ਦਿੱਤੇ ਕਿਉਂਕਿ ਉਹਨਾਂ ਦੇ ਵੈਕਸੀਨ ਲੱਗੀ ਸੀ। ਇਹਦੇ ਬਾਰੇ ਉਸ ਵੇਲੇ ਵੀ ਜਿਹੜੀ ਹੈਲਥ ਡਿਪਾਰਟਮੈਂਟ ਨੇ ਕਿਹਾ ਸੀ। ਤੇ ਹੁਣ ਉਸੇ ਮਾਮਲੇ ਦੇ ਵਿੱਚ ਅੱਗੇ ਚੱਲਦੇ ਆ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨ ਆਫ BC ਨੇ ਇੱਕ ਆਰਡਰ ਇਸ਼ੂ ਕੀਤੇ ਆ ਕਿ ਇਨਵੈਸਟੀਗੇਸ਼ਨ ਜਿਹੜੀ ਡਾਕਟਰ ਸਟੀਫਨ ਮਾਲਥਹਾਊਸ ਦੀ ਕੀਤੀ ਗਈ ਤੇ ਉਹਦੇ ਹਿਸਾਬ ਨਾਲ ਉਹਨੂੰ ਹੁਣ ਅੱਗੇ ਤੋਂ ਪ੍ਰੈਕਟਿਸ ਕਰਨ ਦੇ ਲਈ ਬੰਦ ਕਰ ਦਿੱਤਾ ਗਿਆ ਕਿ ਇਹ ਡਾਕਟਰ ਜੇ ਪ੍ਰੈਕਟਿਸ ਕਰਦਾ ਆ ਤਾਂ ਇਹ ਖਤਰਨਾਕ ਆ। ਆਈਲੈਂਡ ਫਿਜ਼ੀਸ਼ੀਅਨ ਆ, ਇਹਨੂੰ ਖਾਸ ਤੌਰ ਦੇ ਉੱਤੇ ਉਦੋਂ ਦਾ ਜਾਣਿਆ ਜਾਂਦਾ ਸੀ ਕੋਵਿਡ-19 ਮਿਸ ਇਨਫੋਰਮੇਸ਼ਨ ਔਨਲਾਈਨ ਫੈਲਾਉਣ ਦੇ ਵਿੱਚ, ਤੇ ਜਿਹੜੇ ਮਾਸਕ ਵੈਕਸੀਨ ਤੇ ਦੂਜੀਆਂ ਹੈਲਥ ਕੇਅਰ ਮੈਜਰਸ ਨੇ ਉਹਨਾਂ ਦੇ ਲਈ ਉਹਨਾਂ ਦੇ ਉਲਟ ਬੋਲਣ ਦੇ ਲਈ ਉਹਨੂੰ ਇਸ ਗੱਲ ਲਈ ਵੀ ਉਹਦੇ ਉੱਤੇ ਜਿਹੜੇ ਅਕਿਊਜ਼ ਕੀਤਾ ਗਿਆ ਕਿ ਗਲਤ ਫੇਕ ਵੈਕਸੀਨੇਸ਼ਨ ਉਹਨੇ ਜਿਹੜੇ ਦਿੱਤੀ ਹੈ ਸਰਟੀਫਿਕੇਟ ਦਿੱਤੇ ਆ, ਮਾਸਕਿੰਗ ਐਗਜ਼ੈਂਪਸ਼ਨ ਦੀਆਂ ਗਲਤ ਲਿਖਤਾਂ ਦਿੱਤੀਆਂ ਉਹਨੇ ਕਿ ਜਦੋਂ ਕਿਸੇ ਬੰਦੇ ਨੂੰ ਇਹ ਕਿਹਾ ਜਾਂਦਾ ਕਿ ਇਹਨੂੰ ਵੈਕਸੀਨ ਤੋਂ ਛੋਟ ਦਿੱਤੀ ਜਾਵੇ ਜਾਂ ਇਹ ਬੰਦਾ ਮਾਸਕ ਨਹੀਂ ਪਾ ਸਕਦਾ ਇਹਨੂੰ ਉਹ ਤੋਂ ਛੋਟ ਦਿੱਤੀ ਜਾਵੇ, ਉਹ ਡਾਕਟਰ ਇਸ ਕੰਮ ਦੇ ਵਿੱਚ ਇਨਵੋਲਵ ਜਿਹੜਾ ਹੋਇਆ ਸੀ ਤੇ ਹੁਣ ਉਹਦੇ ਉੱਤੇ ਪਾਬੰਦੀ ਲਾਈ ਗਈ ਆ। ਪਟੀਸ਼ਨ ਵੀ ਪਿਛਲੇ ਸਾਲ ਇਸ ਡਾਕਟਰ ਨੇ BC ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀ ਸੀ ਕਿ ਜਿਹੜਾ ਕਾਲਜ ਆ ਇਹ ਵਾਇਓਲੇਟ ਕਰ ਰਿਹਾ ਮੇਰੀ ਜਿਹੜੀ ਫ੍ਰੀ ਸਪੀਚ ਦੇ ਰਾਈਟ ਨੂੰ, ਕਿ ਮੈਨੂੰ ਬੋਲਣ ਦਾ ਹੱਕ ਆ, ਮੈਂ ਆਪਣੀ ਰਾਏ ਦੇ ਸਕਦਾ, ਪਰ ਇਹ ਜਾਣਬੁੱਝ ਕੇ ਮੇਰੇ ਉੱਤੇ ਪਾਬੰਦੀਆਂ ਲਾ ਰਹੇ ਆ। ਨਹੀਂ ਉਹ ਗੱਲ ਮੰਨੀ ਸੀ ਤੇ ਹੁਣ ਸੱਚਮੁੱਚ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਇੱਕ ਹੋਰ ਡਾਕਟਰ ਆ ਜਿਹੜਾ ਉਹ ਵੀ ਇਸ ਮਾਮਲੇ ਦੇ ਵਿੱਚ ਉਹ ਵੀ ਮਿਸ ਇਨਫੋਰਮੇਸ਼ਨ ਫੈਲਾ ਰਿਹਾ ਸੀ, ਡਾਕਟਰ ਚਾਰਲਸ ਹੌਫ, ਉਹਦੇ ਉੱਤੇ ਵੀ ਜਿਹੜਾ ਡਿਸਪਲਿਨਰੀ ਪੈਨਲ ਆ ਉਹ ਐਕਸ਼ਨ ਲੈ ਰਿਹਾ ਆ ਤੇ ਉਹਦੀ ਵੀ ਹੀਅਰਿੰਗ ਡੇਟ ਹਜੇ ਅਨਾਊਂਸ ਨਹੀਂ ਹੋਈ। ਫਰਵਰੀ ਦੇ ਵਿੱਚ BC ਪ੍ਰੋਵਿੰਸ਼ੀਅਲ ਹੈਲਥ ਆਫਿਸਰ ਨੇ ਇਹ ਪੁੱਛਿਆ ਸੀ ਕਿ ਜਿਹੜੇ ਹੈਲਥ ਕੇਅਰਸ ਨੇ ਤੇ ਖਾਸ ਕਰਕੇ ਇਸ ਕੋਵਿਡ ਕੌਂਸਪੀਰੇਸੀ ਦੇ ਵਿੱਚ ਕੌਂਸਪੀਰੇਸੀ ਥਿਊਰੀਜ਼ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਇਹ ਸਾਰੇ ਕੁਛ ਦੇ ਵਿੱਚੋਂ ਉਹਨਾਂ ਬਾਰੇ ਰਿਪੋਰਟ ਕੀਤੀ ਜਾਵੇ। ਤੇ ਇਹ ਗੱਲਬਾਤ ਉਸ ਵੇਲੇ ਵੀ ਚੱਲੀ ਸੀ। ਤਾਂ ਹੁਣ ਇਸ ਚੀਜ਼ ਦੇ ਉੱਤੇ ਜਿਹੜੇ ਐਕਸ਼ਨ ਸ਼ੁਰੂ ਹੋਏ ਆ ਤੇ ਇਸ ਐਕਸ਼ਨ ਦੇ ਤਹਿਤ ਇਸ ਡਾਕਟਰ ਨੂੰ ਪ੍ਰੈਕਟਿਸ ਕਰਨ ਤੋਂ ਰੋਕ ਦਿੱਤਾ ਗਿਆ। ਕੋਵਿਡ-19 ਦੀ ਜਿਹੜੀ ਚੀਨ ਦੇ ਵਿੱਚ ਜੋ ਇਸ ਵੇਲੇ ਹਾਲਤ ਆ, ਸ਼ੰਘਾਈ ਦੇ ਵਿੱਚ ਜੋ ਇਸ ਵੇਲੇ ਹਾਲਤ ਆ, ਉਹਦੀ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀ ਕਿ ਉੱਥੇ ਚੀਨ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਲੋਕਡਾਊਨ ਲੱਗਿਆ ਆ। ਉਹਨਾਂ ਨੂੰ ਟੈਸਟ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਇੱਕ ਪਾਸਿਓਂ ਕਿ ਸਾਨੂੰ ਸ਼ੱਕ ਆ ਵੀ ਇੱਥੇ ਕੋਵਿਡ ਦੇ ਕੁਛ ਕੇਸ ਆਏ ਆ,
ਕੁਛ ਕਾਰਨ ਸੀਗੇ, ਕਹਿ ਰਹੇ ਸੀ ਕਿ ਉਹਦੀ ਵੈਕਸੀਨ ਨੇ ਕੰਮ ਨਹੀਂ ਕੀਤਾ, ਉਹ ਇੱਕ ਕਾਰਨ ਆ। ਪਰ ਹੁਣ ਉਹ ਸਾਰੇ ਕੁਛ ਦਾ ਅਸਰ ਸ਼ੰਘਾਈ ਦੇ ਵਿੱਚ ਜਿਹੜਾ 2 ਸਾਲਾਂ ਦਾ ਸਭ ਤੋਂ ਵੱਡਾ ਲੋਕਡਾਊਨ ਆ, ਜਿਹਦੇ ਵਿੱਚ 25-26 ਮਿਲੀਅਨ ਲੋਕਾਂ ਨੂੰ ਮਤਲਬ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਰੇ ਟੈਸਟ ਕਰਾਓ ਤੇ ਘਰੋਂ ਬਾਹਰ ਨਹੀਂ ਨਿਕਲ ਸਕਦੇ, ਉਹਨੇ ਸਪਲਾਈ ਚੇਨ ਨੂੰ ਅਸਰ ਕਰਨਾ ਸ਼ੁਰੂ ਕਰ ਦਿੱਤਾ। ਜਾਂ ਇਹਦਾ ਡਰ ਪੈਦਾ ਹੋ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਪਲਾਈ ਚੇਨ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ। ਚੀਨ ਦੀ ਫਾਈਨੈਂਸ਼ੀਅਲ ਕੈਪੀਟਲ ਤੇ ਸਭ ਤੋਂ ਵੱਡਾ ਸ਼ਹਿਰ 2 ਫੇਜ਼ ਦਾ ਪਾਰਸ਼ਲ ਲੋਕਡਾਊਨ ਅਗਲੇ 10 ਦਿਨਾਂ ਤੱਕ ਉੱਥੇ ਲੱਗਿਆ ਹੈ। ਪੁਡੋਂਗ ਫਾਈਨੈਂਸ਼ੀਅਲ ਡਿਸਟ੍ਰਿਕਟ ਤੇ ਉਹਦੇ ਨੇੜੇ ਸੋਮਵਾਰ ਤੋਂ ਮੰਗਲਵਾਰ ਤੱਕ ਜਿਹੜੀ ਮਾਸ ਟੈਸਟਿੰਗ ਹੋ ਰਹੀ ਆ, 3500 ਨਵੇਂ ਕੇਸ ਕੋਵਿਡ-19 ਦੇ ਐਤਵਾਰ ਨੂੰ ਇਸ ਥਾਂ ਤੋਂ ਰਿਪੋਰਟ ਕੀਤੇ ਗਏ ਸੀ। ਦੂਜੇ ਫੇਜ਼ ਦੇ ਵਿੱਚ ਲੋਕਡਾਊਨ ਵੱਡਾ ਜਿਹੜਾ ਡਾਊਨਟਾਊਨ ਏਰੀਆ ਵੈਸਟ ਜਿਹੜਾ ਆ ਉਹਦੇ ਜਿਹੜਾ ਰਿਵਰ ਆ ਉਹਦੇ ਵੈਸਟ ਵਾਲੇ ਪਾਸੇ ਤੇ ਸਿਟੀ ਨੂੰ ਜਿਹੜਾ 2 ਹਿੱਸਿਆਂ ਦੇ ਵਿੱਚ ਵੰਡਦਾ ਆ, ਇਹ 5 ਦਿਨ ਦਾ ਲੋਕਡਾਊਨ ਇੱਥੇ ਹੋਊਗਾ। ਜਿਹੜੇ ਉੱਥੇ ਰਹਿਣ ਵਾਲੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਰਹਿਣ ਨੂੰ ਕਿਹਾ ਗਿਆ ਤੇ ਜਿਹੜੀਆਂ ਡਿਲੀਵਰੀਜ਼ ਹੈਗੀਆਂ ਚੈੱਕ ਪੁਆਇੰਟ ਦੇ ਉੱਤੇ ਛੱਡ ਦਿੱਤੀਆਂ ਜਾਣਗੀਆਂ ਤਾਂ ਕਿ ਕੰਟੈਕਟ ਕਿਸੇ ਦੇ ਨਾਲ ਨਾ ਹੋਵੇ। ਆਫਿਸਰਸ ਤੇ ਸਾਰੇ ਜਿਹੜੇ ਬਿਜ਼ਨਸ ਵਾਲੇ ਨੇ ਉਹਨਾਂ ਨੂੰ ਆਫਿਸਰਸ ਜਿਹੜੇ ਹੈਗੇ ਨੇ ਤੇ ਬਿਜ਼ਨੈਸਿਸ ਨੇ ਉਹਨਾਂ ਨੂੰ ਅਸੈਂਸ਼ੀਅਲ ਨਹੀਂ ਜਿਹਨਾਂ ਨੂੰ ਕਿਹਾ ਗਿਆ ਉਹਨਾਂ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ। ਈਵਨ ਉਹ ਸਾਰੇ ਸ਼ਹਿਰ ਦੇ ਵਿੱਚ 25-26 ਮਿਲੀਅਨ ਦੀ ਆਬਾਦੀ ਵਾਲਾ ਸ਼ਹਿਰ ਪਬਲਿਕ ਟਰਾਂਸਪੋਰਟੇਸ਼ਨ ਸਸਪੈਂਡ ਕਰ ਦਿੱਤੀ ਉਹਨਾਂ ਨੇ। ਬ੍ਰਿਜਸ, ਟਨਲਸ, ਇਨ ਆਊਟ ਏਰੀਆਜ਼ ਸਾਰੇ ਮੋਨੀਟਰ ਕੀਤੇ ਜਾ ਰਹੇ ਆ ਕਿ ਕੌਣ ਇੱਧਰਲੇ ਪਾਸੇ ਆ ਰਿਹਾ ਤੇ ਕੌਣ ਇੱਧਰਲੇ ਪਾਸਿਓਂ ਜਾ ਰਿਹਾ। ਹੁਣ ਜਿਹੜਾ ਕੰਜ਼ਿਊਮਰ ਤੇ ਬਿਜ਼ਨੈਸਿਸ ਨੇ ਇੱਥੇ ਨਾਰਥ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਉਹਦਾ ਅਸਰ ਇਹਨਾਂ ਦੇ ਉੱਤੇ ਹੋ ਰਿਹਾ ਕਿਉਂਕਿ ਜਿੰਨੇ ਪ੍ਰੋਡਕਟ ਉੱਥੇ ਬਣਦੇ ਆ ਉਹ ਆਉਂਦੇ ਤਾਂ ਅਲਟੀਮੇਟਲੀ ਇੱਧਰ ਹੀ ਆ। ਉਹਦੇ ਉੱਤੇ ਉਹ ਸਪਲਾਈ ਚੇਨ ਦੇ ਉੱਤੇ ਅਸਰ ਜਿਹੜਾ ਵੱਡਾ ਹੋ ਰਿਹਾ ਔਰ ਡੈਮੇਜ ਆ ਜਿਹੜਾ ਉਹ ਹੁਣ ਇਕੱਲਾ ਸ਼ੰਘਾਈ ਜਾਂ ਚੀਨ ਦੇ ਉੱਤੇ ਨਹੀਂ ਰਹਿਣਾ ਇਸ ਚੀਜ਼ ਦਾ, ਇਹ ਬਹੁਤ ਦੂਰ ਤੱਕ ਜਾਣਾ। ਬਲੂਮਬਰਗ ਦੇ ਇਕੋਨੋਮਿਸਟ ਨੇ ਚੈਂਗ ਸ਼ੂ ਉਹ ਇਹ ਗੱਲ ਕਹਿ ਰਿਹਾ ਕਿ ਹੁਣ ਤੱਕ ਲੋਕਡਾਊਨ ਦੇ ਵਿੱਚ ਜਿਹੜੇ ਕੁਛ ਆਪਰੇਸ਼ਨ ਚੱਲਦੇ ਰਹਿੰਦੇ ਸੀ ਪਰ ਕਿਉਂਕਿ ਲੋਕਡਾਊਨ ਬਹੁਤ ਸਖਤ ਆ ਇਹਦੇ ਨਾਲ ਅਸਰ ਬਹੁਤ ਵੱਡਾ ਪਊਗਾ। ਹੁਣ ਇਲੈਕਟ੍ਰਿਕ ਕਾਰ ਮੇਕਰ ਜਿਹੜੇ ਦੁਨੀਆ ਦੇ ਸਭ ਤੋਂ ਵੱਡੇ ਟੈਸਲਾ ਉਹਨਾਂ ਦੀ ਫੈਕਟਰੀ ਸ਼ੰਘਾਈ ਦੇ ਵਿੱਚ ਆ ਤੇ ਕੰਪਨੀ ਉਹ ਕਹਿੰਦੇ ਵੀ ਅਸੀਂ ਆਊਟ ਆਫ ਪ੍ਰੋਡਕਸ਼ਨ ਆ ਇਸ ਵੇਲੇ ਜੇ ਤੁਸੀਂ ਕਾਰ ਬੁੱਕ ਕਰਾਉਨੇ ਹੋ ਕਿੰਨੇ ਮਹੀਨੇ ਦੀ ਵੇਟਿੰਗ ਆ ਤੇ ਇਹ ਹੁਣ ਕਿਉਂਕਿ ਟੈਸਲਾ ਦੀ ਪ੍ਰੋਡਕਸ਼ਨ ਜਿਹੜੀ ਉੱਥੇ ਹੋ ਰਹੀ ਸ਼ੰਘਾਈ ਦੇ ਵਿੱਚ ਉਹੀ ਬੰਦ ਆ ਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਦੇ ਵਿੱਚ ਹੋਰ ਜਿਹੜੀ ਆ ਦੇਰੀ ਹੋਏਗੀ। ਫੈਸਿਲਿਟੀ ਜਿਹੜਾ ਚਾਈਨਾ ਦੀ ਸੈਕੰਡ ਬਿਗੇਸਟ ਹੈਗੀ ਆ ਵਰਲਡ ਦੇ ਵਿੱਚ, ਜਿਹੜੀ ਕੈਲੀਫੋਰਨੀਆ ਤੋਂ ਬਾਅਦ ਇਹ ਸਭ ਤੋਂ ਵੱਡੀ ਦੂਜੀ ਸਭ ਤੋਂ ਵੱਡੀ ਪ੍ਰੋਡਕਸ਼ਨ ਫੈਸਿਲਿਟੀ ਉੱਥੇ ਹੈਗੀ ਆ। ਕੁਛ ਵਹੀਕਲਸ ਜਿਹੜੇ ਹੈਗੇ ਆ ਉਹ ਐਕਸਪੋਰਟ ਕੀਤੇ ਜਾਂਦੇ ਆ। ਇਹਦੇ ਨਾਲ ਹੀ ਦੂਜੇ ਪਾਸੇ ਜਿਹੜੇ ਤੇਲ ਦੀਆਂ ਕੀਮਤਾਂ ਆ ਇਹ ਸ਼ਟਡਾਊਨ ਕਿਉਂਕਿ ਹੋ ਗਿਆ, ਇਹਦੇ ਨਾਲ ਜਿਹੜੀ ਬਹੁਤ ਡੂੰਘੇ ਸਪਲਾਈ ਚੇਨ ਦੇ ਉੱਤੇ ਅਸਰ ਪੈ ਰਿਹਾ। ਬਹੁਤ ਸਾਰੀਆਂ ਅਨਸਰਟਨਟੀਜ਼ ਦੇ ਵਿੱਚੋਂ ਕੁਛ ਇਹ ਵੀ ਆ ਰਹੀਆਂ ਆ ਕਿ ਜਿਹੜੇ ਆਇਲ ਪ੍ਰਾਈਸਿਸ ਆ ਉਹ ਡਰ ਦੇ ਵਿੱਚ ਥੱਲੇ ਵੀ ਜਾਣਗੇ। ਆਇਲ ਪ੍ਰਾਈਸਿਸ ਕਿ ਇਮੀਡੀਏਟਲੀ ਰਿਸਪੌਂਡ ਕਰਦੇ ਆ ਸਾਰੇ ਕੁਛ ਨੂੰ, ਲੋਕਡਾਊਨ ਨੂੰ, ਇਕੋਨਮੀ ਨੂੰ, ਉੱਥੇ ਬਹੁਤ ਵੱਡੀ ਇੱਕ ਡਿਕਲਾਈਨ ਇਹਦੀ ਕੀਮਤ ਦੇ ਵਿੱਚ ਹੋ ਸਕਦੀ ਕਿਉਂਕਿ 26 ਮਿਲੀਅਨ ਬੰਦਾ ਤੇ ਅੰਦਰ ਵੜ ਗਿਆ, ਉਹ ਤੇ ਬਾਹਰ ਨਿਕਲ ਹੀ ਨਹੀਂ ਰਿਹਾ ਕਾਰਾਂ ਦੇ ਵਿੱਚ ਤੇ ਉਹ ਕਿਸੇ ਗੈਸ ਤਾਂ ਯੂਜ਼ ਹੀ ਨਹੀਂ ਹੋ ਰਹੀ, ਇਸ ਕਰਕੇ ਉੱਥੇ ਕੀਮਤਾਂ ਇੱਕਦਮ ਥੱਲੇ ਆ ਸਕਦੀਆਂ ਆ। ਸੋ ਇਹ ਜਿਹੜੀ ਸਪਲਾਈ ਚੇਨ ਆ ਉਹਦੇ ਉੱਤੇ ਬਹੁਤ ਵੱਡਾ ਅਸਰ, ਦੁਨੀਆ ਦੇ ਉੱਤੇ ਬਹੁਤ ਵੱਡਾ ਅਸਰ ਚੀਨ ਦੇ ਵਿੱਚ ਲੱਗੇ ਲੋਕਡਾਊਨ ਦਾ ਕਿਤੇ ਨਾ ਕਿਤੇ ਪੈ ਰਿਹਾ ਆ। ਜੇ ਕੀ ਉਹਨਾਂ ਦੇ ਜਿਹੜੇ ਕੋਵਿਡ ਕੇਸ ਆ ਥੋੜ੍ਹੇ ਆ, ਵੱਧਦੇ ਨਹੀਂ, ਇਹ ਸਿਰਫ ਉਨੇ ਕੁ ਇਲਾਕੇ ਦੇ ਵਿੱਚ ਥੋੜ੍ਹੇ ਜਿਹੇ ਸਮੇਂ ਲਈ ਆਏ ਆ, ਟੈਸਟਿੰਗ ਤੋਂ ਬਾਅਦ ਠੀਕ ਠਾਕ ਹੋ ਜਾਣਗੇ। ਕੀ ਹੋਰ ਬਾਕੀ ਦੇ ਜਿਹੜੇ ਸ਼ਹਿਰ ਨੇ ਚੀਨ ਦੇ ਉਹਨਾਂ ਦੇ ਵਿੱਚ ਵੀ ਲੋਕਡਾਊਨ ਲੱਗਦਾ ਤੇ ਕੀ ਇਹ ਗੱਲਬਾਤ ਉਹ ਤੋਂ ਬਾਹਰ ਵੀ ਫੈਲਦੀ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਸਪਸ਼ਟ ਹੋਏਗੀ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਦੋਸਤੋ ਗੱਲਬਾਤ ਕਰਨੀ ਹੈ ਗੁਰਪ੍ਰੀਤ ਸਿੰਘ ਸਹੋਤਾ ਹੋਣਾ ਨਾਲ। ਘਰਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ, ਅਫੋਰਡੇਬਲ ਕਰਨ ਦੇ ਲਈ BC ਸਰਕਾਰ ਕੁਝ ਯਤਨ ਕਰ ਰਹੀ ਆ। ਉਹਨਾਂ ਕੁਝ ਯਤਨਾਂ ਸੰਬੰਧੀ ਕੁਝ ਅਪਡੇਟਸ ਆਈਆਂ, ਉਹ ਤੁਹਾਡੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਸਾਂਝੀਆਂ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘਰਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ ਯਤਨ ਹੁੰਦੇ ਰਹੇ ਆ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਆ, ਉਹਦੇ ਬਾਰੇ ਗੱਲਬਾਤ ਚੱਲ ਰਹੀ ਆ, ਜਿਹਦੇ ਨਾਲ ਲੱਗਦਾ ਇਹ ਆ ਕਿ ਘਰਾਂ ਦੀ ਮਾਰਕੀਟ ਨੂੰ ਠੱਲ ਪੈ ਜਾਊਗੀ, ਕੀਮਤਾਂ ਘਟ ਜਾਣਗੀਆਂ ਜਾਂ ਇਹਦੇ ਨਾਲ ਕੀ ਹੋਊਗਾ, ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਰੀਅਲਟਰ ਗੁਰਪ੍ਰੀਤ ਸਿੰਘ ਸਹੋਤਾ ਹੋਣਾ ਨਾਲ। ਸਹੋਤਾ ਸਾਹਿਬ, ਇਹ ਕਾਨੂੰਨ ਪਹਿਲੀ ਗੱਲ ਤਾਂ ਹੈ ਕੀ ਤੇ ਦੂਜਾ ਕੀ ਇਹ ਕੀਮਤਾਂ ਘਟਾਉਣ ਲਈ ਲਿਆਂਦਾ ਜਾਂ ਮਲਟੀਪਲ ਆਫਰ ਘਟਾਉਣ ਲਈ? ਸਤਿ ਸ਼੍ਰੀ ਅਕਾਲ ਜਸਕਰਨ ਜੀ। ਇਹਦੇ ਕਈ ਕਾਨੂੰਨ ਦੇ ਜਿਹੜੇ ਫਾਇਦੇ ਗਿਣਾਏ ਜਾ ਰਹੇ ਆ, ਪਰ ਜਿੰਨੇ ਫਾਇਦੇ ਗਿਣਾਏ ਜਾ ਰਹੇ ਆ ਸ਼ਾਇਦ ਉਨਿਆਂ ਦੇ ਉੱਤੇ ਅਸਰ ਨਾ ਕਰੇ, ਕੁਛ ਹੱਦ ਤੱਕ ਜਿਹੜਾ ਅਸਰ ਕਰ ਸਕਦਾ। ਇਹ ਕਾਨੂੰਨ ਹੈ ਕੀ ਆ ਵੀ ਪਹਿਲਾਂ ਤਾਂ ਇਹ ਲੈਜਿਸਲੇਚਰ 'ਚ ਪੇਸ਼ ਕੀਤਾ ਗਿਆ ਆ। ਉਹਦੇ ਨਾਲ ਕੀ ਹੋਣਾ ਕਿ ਉਸ ਤੋਂ ਬਾਅਦ ਸਟੇਕ ਹੋਲਡਰ ਜਿਹੜੀਆਂ ਸੰਬੰਧਿਤ ਧਿਰਾਂ ਆ, ਚਾਹੇ ਉਹ ਰੀਅਲਟਰ ਐਸੋਸੀਏਸ਼ਨ ਆ, ਬੋਰਡ ਆ
ਜਾਂ ਉਹਨਾਂ ਦੇ ਉੱਪਰ ਜਿਹੜੇ ਰੈਗੂਲੇਟਰਸ ਨੇ ਉਹਨਾਂ ਦੇ ਨਾਲ ਫਿਰ ਸਲਾਹ ਬਲਾਹ ਹੋਊਗੀ। ਉਸ ਤੋਂ ਬਾਅਦ ਦੇ ਵਿੱਚ ਇਹਨੂੰ ਜਿਹੜਾ ਲਾਗੂ ਕੀਤਾ ਜਾਣਾ, ਮੈਨੂੰ ਲੱਗਦਾ ਕੁਝ ਹਫ਼ਤੇ ਜਾਂ ਕੁਝ ਮਹੀਨੇ ਲੱਗ ਸਕਦੇ ਆ। ਸੋ ਮਤਲਬ ਕੀ ਆ ਕਿ ਇੱਕ ਇਹੋ ਜਿਹਾ ਸਿਨੈਰੀਓ ਬਣ ਗਿਆ ਕਿ ਮਾਰਕੀਟ ਵਿੱਚ ਘਰ ਮੰਨ ਲਓ ਵੀ ਕੀਮਤ 15 ਲੱਖ ਆ ਘਰ ਦੀ, ਪਤਾ ਸਾਰਿਆਂ ਨੂੰ, ਰੀਅਲਟਰ ਜਿਹੜੇ ਆ 12 ਲੱਖ ਦਾ ਲਾ ਲੈਂਦੇ ਆ ਜਾਂ ਮਿਲੀਅਨ ਦਾ ਲਾ ਲੈਂਦੇ ਆ, ਤਾਂ ਕਿ ਵੱਧ ਗਾਹਕ ਜਿਹੜੇ ਖਿੱਚੇ ਆਉਣ ਦੇਖ ਕੇ। ਉਸ ਤੋਂ ਬਾਅਦ ਕੀ ਹੁੰਦਾ ਕਿ ਲੈਣ ਵਾਲੇ 5 ਹੁੰਦੇ, ਆ ਜਾਂਦੇ 50। ਉਹ ਦੇਖ ਕੇ ਜਿਹੜੇ 5 ਹੁੰਦੇ ਉਹਨਾਂ ਨੂੰ ਵੀ ਲੱਗਦਾ ਵੀ ਇਹਦੇ ਤਾਂ ਮਗਰ ਲੋਕ ਬਹੁਤ ਆ ਗਏ, ਵੀ ਇਹਦਾ ਘਰ ਮਹਿੰਗਾ ਜਾਊਗਾ। ਸੋ ਉਹ ਇੱਕ ਦੂਏ ਦੀ ਭੇਡ ਚਾਲ ਦੇ ਵਿੱਚ ਆ ਕੇ ਗਰਮੀ ਖਾ ਕੇ ਕੀਮਤ ਵੱਧ ਜਿਹੜੀ ਆ ਦੇ ਦਿੰਦੇ ਆ। ਉਸ ਸਿਨੈਰੀਓ ਨੂੰ ਰੋਕਣ ਦੇ ਵਾਸਤੇ ਕੋਸ਼ਿਸ਼ ਇਹ ਆ ਕਿ ਕੋਈ ਕੈਸ਼ ਆਫਰ ਨਾ ਦੇਵੇ। ਹੁਣ ਬਹੁਤ ਸਾਰੇ ਗਾਹਕ ਜਿਹੜੇ ਆ ਉਹ ਕੀ ਕਰਦੇ ਆ ਵੀ ਜਦੋਂ ਕੈਸ਼ ਆਫਰ ਭਰ ਲੈਂਦੇ ਆ, ਮੌਰਗੇਜ ਉਹਨਾਂ ਦੀ ਅਪਰੂਵ ਹੋਈ ਨਹੀਂ ਹੁੰਦੀ, ਉਦੋਂ ਬਾਅਦ ਮੌਰਗੇਜ ਹੁੰਦੀ ਨਹੀਂ, ਪ੍ਰਾਈਵੇਟ ਲੋਨ ਲੈਣ ਲਈ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ। ਕੈਸ਼ ਆਫਰ ਦਾ ਕੀ ਮਤਲਬ ਜੀ? ਕੈਸ਼ ਆਫਰ ਦਾ ਮਤਲਬ ਇਹ ਹੁੰਦਾ ਵੀ ਕੋਈ ਸਬਜੈਕਟ ਨਹੀਂ, ਕੋਈ ਸ਼ਰਤ ਨਹੀਂ। ਜ਼ਿਆਦਾਤਰ ਜਦੋਂ ਘਰ ਆਪਾਂ ਲੈਂਦੇ ਆ, ਮੁੱਢਲੀਆਂ ਸ਼ਰਤਾਂ 4-5 ਪਾਉਂਦੇ ਆ ਵੀ ਇੱਕ ਤਾਂ ਮੈਂ ਹਫ਼ਤਾ ਦਿਓ ਮੈਨੂੰ, ਮੈਂ ਆਪਣੀ ਮੌਰਗੇਜ ਪੱਕਾ ਪਤਾ ਕਰਨੀ ਆ ਵੀ ਮੇਰੀ ਹੋਣੀ ਆ। ਦੂਜਾ ਮੈਂ ਘਰ ਦੀ ਇੰਸਪੈਕਸ਼ਨ ਉਹ ਜਿਹੜੀ ਆ ਮੈਂ ਚੈੱਕ ਕਰਨੀ ਹੈ। ਤੀਜਾ ਮੈਂ ਇਹ ਦੇਖਣਾ ਵੀ ਜਿਹੜੇ ਘਰ ਬੰਦੇ ਵੇਚ ਰਹੇ ਆ ਇਹ ਟਾਈਟਲ ਦੇ ਉੱਤੇ ਹੈਗੇ ਆ, ਘਰ ਦਾ ਨਾਮ ਵੀ ਹੈਗਾ। ਚੌਥਾ ਇੱਕ ਪ੍ਰੋਪਰਟੀ ਡਿਸਕਲੋਜ਼ਰ ਸਟੇਟਮੈਂਟ ਹੁੰਦੀ ਆ, ਮੈਂ ਉਹ ਚੈੱਕ ਕਰਨੀ ਆ ਵੀ ਇਹ ਘਰ ਦੇ ਵਿੱਚ ਕੋਈ ਨੁਕਸ ਤਾਂ ਨਹੀਂ ਹੈਗਾ। ਸੈਲਰ ਨੂੰ ਦੱਸਣਾ ਪੈਂਦਾ ਵੀ ਮੈਂ ਇਹਦੇ ਵਿੱਚ ਕੋਈ ਵਾਧਾ ਘਾਟਾ ਕੀਤਾ ਆ, ਕੋਈ ਗੈਰ ਕਾਨੂੰਨੀ ਕੰਮ ਕੀਤਾ ਆ ਜਾਂ ਨਹੀਂ, ਉਹ ਮੈਂ ਚੈੱਕ ਕਰਨੀ ਆ। ਜਦੋਂ ਤੁਸੀਂ ਕੈਸ਼ ਆਫਰ ਕਹਿ ਦਿੰਦੇ ਆ ਤਾਂ ਮਤਲਬ ਵੀ ਸਾਰੇ ਆਪਣੇ ਰਾਈਟ ਜਿਹੜੇ ਆ ਵੇਵ ਕਰ ਦਿੰਦੇ ਆ ਵੀ ਮੈਨੂੰ ਨਹੀਂ ਪਤਾ ਇਹ ਚੀਜ਼ਾਂ ਦਾ, ਮੈਂ ਆਪੇ ਮੌਰਗੇਜ ਲਊਂ, ਇੰਸਪੈਕਸ਼ਨ 'ਚ ਕੁਛ ਗਲਤੀ ਆ ਗਈ ਉਹਦਾ ਵੀ ਮੈਂ ਜ਼ਿੰਮੇਵਾਰ ਹਾਂ, ਅਤੇ ਜਿਹੜਾ ਸੈਲਰ ਆ ਉਹਨੇ ਕੁਛ ਡਿਸਕਲੋਜ਼ ਕੀਤਾ ਚਾਹੇ ਨਹੀਂ ਕੀਤਾ ਉਹਦਾ ਵੀ ਮੈਂ ਜ਼ਿੰਮੇਵਾਰ। ਮਤਲਬ ਕਿ ਆਪਣੇ ਹੱਥ ਵੱਢ ਕੇ ਦਿੱਤੇ ਜਾਂਦੇ ਆ ਪਹਿਲਾਂ ਹੀ ਵੀ ਮੈਂ ਜ਼ਿੰਮੇਵਾਰ ਹਾਂ। ਉਹ ਸਿਨੈਰੀਓ ਰੋਕਣ ਦੇ ਵਾਸਤੇ ਜਿਹੜਾ ਇਹ ਲਿਆਂਦਾ ਗਿਆ ਆ ਵੀ ਜਿਹੜਾ ਖਰੀਦਦਾਰ ਆ, ਜਿਹੜਾ ਬਾਹਰ ਆ, ਉਹਨੂੰ ਆਪਸ਼ਨ ਪੱਕੀ ਮਿਲੇ 7 ਦਿਨ ਦੀ ਜਾਂ 5 ਦਿਨ ਦੀ, ਤੂੰ ਭਾਈ ਆਪਣੀ ਮੌਰਗੇਜ ਵੀ ਚੈੱਕ ਕਰ, ਆਪਣੀ ਇੰਸਪੈਕਸ਼ਨ ਵੀ ਕਰਾ ਲਾ। ਇਹ ਜਿਹੜਾ ਧੱਕੇ ਦੇ ਨਾਲ ਜਾਣੀ ਕਿ ਉਹਨੂੰ ਸਮਾਂ ਦਿੱਤਾ ਜਾਣਾ। ਹੁਣ ਇਹ ਦੇਣੇ ਕਿਵੇਂ ਇੱਕ ਵੱਡਾ ਸਵਾਲ ਆ, ਕਿਉਂਕਿ ਹੁਣ ਜੇ ਮੰਨ ਲਓ ਖਰੀਦਦਾਰ ਇੰਨਾ ਤੱਤਾ ਵੇ ਤਾਂ ਨਹੀਂ ਜੀ, ਮੈਂ ਤਾਂ ਡਾਲਰ ਦਾ ਸਮੋਸਾ ਨਹੀਂ ਲੈਣਾ, ਮੈਂ 2 ਦਾ ਲੈਣਾ, ਮੈਨੂੰ ਪੁੱਗਦਾ, ਤੁਸੀਂ ਮੈਨੂੰ ਧੱਕਾ ਕੱਲ੍ਹ ਹੀ ਕਰਦੇ ਆ, ਉਹਨੂੰ ਕਿਵੇਂ ਰੋਕੂਗੇ? ਉਹਦੇ ਵਿੱਚ ਕੁਛ ਚੋਰ ਮੋਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ ਜਿਵੇਂ ਕਿ ਮੰਨ ਲਓ ਵੀ ਜਿਹੜਾ ਇਸ ਪ੍ਰੋਫੈਸ਼ਨ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਉਹ ਕਾਇਦੇ ਕਾਨੂੰਨ ਵਾਲੇ ਆ, ਪ੍ਰੋਫੈਸ਼ਨਲ ਆ, ਉਹ ਝੂਠ ਨਹੀਂ ਬੋਲਦੇ, ਪਰ ਕਈ ਅਨਪ੍ਰੋਫੈਸ਼ਨਲ ਵੀ ਹੈਗੇ ਆ। ਕਈ ਵਾਰੀ ਇਹੋ ਜਿਹਾ ਹੁੰਦਾ ਕੰਮ ਵੀ ਆਫਰ ਇੱਕ ਵੀ ਨਹੀਂ ਆਈ ਹੁੰਦੀ, ਵੈਸੇ ਰੀਅਲਟਰ ਕਹਿੰਦਾ ਜੀ ਮੇਰੇ ਕੋਲ ਤਾਂ 4 ਆਫਰਾਂ ਆਈਆਂ ਪਈਆਂ, ਬੰਦੇ ਤੱਤੇ ਹੋ ਜਾਂਦੇ ਆ। ਇਹ ਕੀਤਾ ਜਾ ਸਕਦਾ ਇਸ ਕਾਨੂੰਨ ਦੇ ਵਿੱਚ ਵੀ ਜਿੰਨੀਆਂ ਵੀ ਆਫਰਾਂ ਆਈਆਂ ਉਹ ਟੇਬਲ 'ਤੇ ਰੱਖੀਆਂ ਜਾਣ। ਮਤਲਬ ਜੇ 5 ਬੰਦੇ ਜਾਂ 7 ਬੰਦੇ ਆਫਰਾਂ ਭੇਜਣ ਵਾਲੇ ਆ, 7 ਨੂੰ ਦੱਸਿਆ ਜਾਵੇ ਵੀ ਆਹ ਆਫਰ ਫਲਾਣੇ ਬੰਦੇ ਨੇ ਇੰਨੇ ਦੀ ਭੇਜੀ ਆ, ਹੁਣ ਤੂੰ ਦੱਸ ਕੀ ਕਰਨਾ, ਉਹਨਾਂ ਨੂੰ ਇਕੁਅਲ ਟਾਈਮ ਦਿੱਤਾ ਜਾ ਸਕਦਾ। ਸੋ ਇਹ ਮਸਲਾ ਜਿਹੜਾ ਆ ਮਲਟੀਪਲ ਆਫਰ ਸਿਨੈਰੀਓ ਨੂੰ ਰੋਕਣ ਵਾਸਤੇ ਕਾਮਯਾਬ ਹੋ ਸਕਦਾ ਆ ਜੇ ਸਾਰੀਆਂ ਚੋਰ ਮੋਰੀਆਂ ਬੰਦ ਕਰ ਦਿੱਤੀਆਂ ਜਾਣ। ਪਰ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਵੀ ਨਾ ਘਰਾਂ ਦੀ ਮਾਰਕੀਟ ਨੂੰ ਫਰਕ ਪੈ ਜਾਣਾ, ਉਹ ਸ਼ਾਇਦ ਵੱਧ ਆ ਗੱਲ ਜੀ, ਉੱਥੇ ਤੱਕ ਗੱਲ ਨਹੀਂ ਹੋਣੀ, ਕਿਉਂਕਿ ਇਹ ਬੈਂਡਡ ਸੋਲੂਸ਼ਨ ਹੈ, ਜੜ ਕਿਤੇ ਹੋਰ ਪਈ ਆ। ਜਿਹੜਾ ਇਹ ਤਾਂ ਕੀ ਬਿਜ਼ਨਸ ਸਟ੍ਰੈਟਜੀ ਨਹੀਂ ਹੈ ਕਿਸੇ ਵਿਅਕਤੀ ਦੀ, ਉਹਦੀ ਮਾਰਕੀਟਿੰਗ ਦਾ ਤਰੀਕਾ ਨਹੀਂ ਹੈ ਵੀ ਇੱਕ ਹੋ ਸਕਦਾ ਉਹ ਪੂਰੀ ਜਾਂ ਮਹਿੰਗੀ ਕੀਮਤ ਲਾ ਕੇ ਥੋੜ੍ਹੇ ਗਾਹਕ ਤੇ ਉਹਨਾਂ ਨੂੰ ਅਟਰੈਕਟ ਕਰ ਰਿਹਾ ਅਤੇ ਉਨਿਆਂ ਨਾਲ ਹੀ ਡੀਲ ਕਰ ਰਿਹਾ, ਇੱਕ ਜਿਹੜਾ ਆ ਉਹ ਥੋੜ੍ਹੀ ਕੀਮਤ ਲਾ ਕੇ ਜ਼ਿਆਦਾ ਗਾਹਕ ਅਟਰੈਕਟ ਕਰ ਰਿਹਾ। ਇਹਦੇ ਤੋਂ ਵੱਧ ਵੀ ਕੁਛ ਹੈਗਾ ਵੀ ਇਹਦੇ ਨਾਲ ਘਰਾਂ ਦੀ ਮਾਰਕੀਟ ਦੇ ਉੱਤੇ ਵੀ ਅਸਰ ਪੈਂਦਾ ਇਸ ਚੀਜ਼ ਨਾਲ? ਜਿਹੜੀ ਬਿਜ਼ਨਸ ਸਟ੍ਰੈਟਜੀ ਆ ਉਹ ਤਾਂ ਹੈਗੀ ਆ ਰੀਅਲਟਰ ਦੀ ਜਾਂ ਰੀਅਲਟਰ ਗਰੁੱਪ ਦੀ, ਨਾਲ ਦੀ ਨਾਲ ਸੈਲਰ ਦੇ ਰਾਈਟ ਵੀ ਹੈ। ਉਹ ਸੈਲਰ ਜਿਹੜਾ ਉਹ ਡਿਕਟੇਟ ਕਰਦਾ ਆਪਣੇ ਰੀਅਲਟਰ ਨੂੰ ਵੀ ਭਾਈ ਇੱਦਾਂ ਲਾ ਤੂੰ, ਵੀ 12 ਲੱਖ ਦਾ ਲਾ ਅਤੇ ਆਪਾਂ ਇੱਦਾਂ ਕਰਨੀ ਆ। ਰੀਅਲਟਰ ਕਿਵੇਂ ਨਾ ਕਰ ਦੂਗਾ ਉਹਨੂੰ ਕਿਵੇਂ ਰੋਕਣਗੇ ਇਸ ਗੱਲ ਨੂੰ? ਕਿਉਂਕਿ ਜਿਹੜਾ ਵੇਚਣ ਵਾਲਾ ਉਹਦੇ ਵੀ ਰਾਈਟ ਆ ਕਾਨੂੰਨ ਦੇ ਹਿਸਾਬ ਦੇ ਨਾਲ। ਜੇ ਹੁਣ ਯੂਜ਼ਲੀ ਕੀ ਹੁੰਦਾ ਸੀਗਾ ਵੀ ਜਿਹੜੀ ਆਫਰ ਪਹਿਲਾਂ ਆ ਗਈ ਉਹ ਰੀਅਲਟਰ ਨੂੰ ਦਿਖਾਉਣੀ ਪੈਂਦੀ ਸੀਗੀ ਜਾ ਕੇ ਵੀ ਆਹ ਆ ਗਈ ਆ ਜੀ ਉਹ, ਪਰ ਹੁਣ ਜਿਹੜਾ ਖਰੀਦਦਾਰ ਆਫਰਾਂ ਪਾਈ ਜਾਂਦਾ, ਜਿਹੜਾ ਵੇਚਣ ਵਾਲਾ ਉਹ ਕਹਿੰਦਾ ਵੀ ਮੈਂ ਦੇਖਣੀਆਂ ਨਹੀਂ ਆਫਰਾਂ, ਮੈਂ ਜਦੋਂ ਇੰਨੀ ਤਰੀਕ ਤੱਕ ਆਫਰਾਂ ਜਿਹੜੀਆਂ ਆਊਗੀਆਂ ਸਾਰੀਆਂ ਇਕੱਠੀਆਂ ਦੇਖਣੀਆਂ, ਜਾਂ ਮੈਂ ਆਫਰਾਂ ਦੇਖਣ ਦੇ ਹੱਕ ਜਿਹੜੇ ਆਪਣੇ ਰੀਅਲਟਰ ਨੂੰ ਦੇਤੇ, ਮੈਂ ਟੈਨਸ਼ਨ ਨਹੀਂ ਲੈਣੀ। ਜਦੋਂ ਮੈਂ ਤੈਨੂੰ ਹਾਇਰ ਕਰ ਲਿਆ ਰੀਅਲਟਰ ਨੂੰ ਵੀ ਮੈਂ ਤੈਨੂੰ ਕਮਿਸ਼ਨ ਦੇਣਾ, ਫਿਰ ਮੈਂ ਟੈਨਸ਼ਨ ਕਾਹਦੀ ਲਵਾਂ? ਜਿੰਨੀਆਂ ਆਫਰਾਂ ਆਉਂਦੀਆਂ ਤੂੰ ਦੇਖ, ਮੈਨੂੰ ਵਧੀਆ ਜਿਹੜੀ ਲੈ ਕੇ ਉਹ ਦਿਖਾ ਦੇ ਵੀ ਆਹ ਸਭ ਤੋਂ ਵਧੀਆ ਆ। ਸੋ ਉਹ ਗੱਲਾਂ ਸੈਲਰ ਦੇ ਉੱਤੇ ਕਿਵੇਂ ਕਾਨੂੰਨੀ ਤੌਰ 'ਤੇ ਲਾਗੂ ਕੀਤੀਆਂ ਜਾਣਗੀਆਂ, ਇਹ ਵੀ ਇੱਕ ਆਪਣੇ ਆਪ ਵਿੱਚ ਵੱਡਾ ਸਵਾਲ ਆ। ਸੋ ਇਹਦਾ ਹੁਣ ਜਦੋਂ ਕਾਨੂੰਨ ਬਣ ਕੇ ਮੂਹਰੇ ਆਊਗਾ ਫਿਰ ਇਹ ਗੱਲਾਂ ਪਤਾ ਲੱਗਣੀਆਂ ਵੀ ਕਿੰਨੀਆਂ ਚੋਰ ਮੋਰੀਆਂ ਬੰਦ ਕੀਤੀਆਂ ਗਈਆਂ ਆ। ਜਿਹੜੀ ਤੁਸੀਂ ਘਰਾਂ ਦੀ ਮਾਰਕੀਟ ਨੂੰ ਗੱਲ ਕਰ ਰਹੇ ਆ, ਘਰਾਂ ਦੀ ਮਾਰਕੀਟ ਬਾਰੇ ਮੈਂ ਬਹੁਤ ਮੇਰਾ ਫਰਮ ਸਟੈਂਡ ਆ ਵੀ ਇਹ ਬੈਂਡਡ ਸੋਲਿਊਸ਼ਨ ਆ। BC ਸਰਕਾਰ ਨੇ ਪਹਿਲਾਂ ਰੌਲਾ ਪਾਇਆ ਵੀ ਦੇਖੋ ਜੀ ਬਾਹਰੋਂ ਪੈਸਾ ਬਹੁਤ ਆ ਰਿਹਾ ਆ, ਉਹਦੇ ਕਰਕੇ ਘਰਾਂ ਦੀ ਮਾਰਕੀਟ ਜਿਹੜੀ ਆ ਉੱਪਰ ਜਾ ਰਹੀ ਆ। ਫੋਰਨ ਬਾਹਰ ਟੈਕਸ ਲਾਤਾ, 4 ਸਾਲ ਹੋ ਗਏ ਲੱਗੇ ਨੂੰ, ਕੋਈ ਫਰਕ ਪਿਆ? ਐਸੇ ਸਰਕਾਰ ਦੇ 2 ਸਾਲਾਂ ਵਿੱਚ 5 ਤੋਂ ਲੈ ਕੇ 7 ਲੱਖ ਦਾ ਜੰਪ ਵੱਜ ਗਿਆ ਘਰਾਂ ਦੀਆਂ ਕੀਮਤਾਂ 'ਚ, ਕੁਛ ਨਹੀਂ ਹੋਇਆ। ਕਹਿੰਦੇ ਨਹੀਂ ਜੀ ਨਹੀਂ, ਖਾਲੀ ਬਹੁਤ ਪਏ ਆ, ਸਪੈਕੂਲੇਸ਼ਨ ਟੈਕਸ ਲਾਉਣਾ ਪੈਣਾ, ਉਹ ਵੀ ਲਾਤਾ।
ਉਹਨਾਂ ਆਮ ਲੋਕੀ ਸਮਾਂ ਔਖੇ ਹੋ ਗਏ ਜਿਨ੍ਹਾਂ ਕੋਲ 2 ਘਰ ਸੀਗੇ। ਕਿਸੇ ਨੇ ਇੱਕ ਵੈਨਕੂਵਰ ਰੱਖਿਆ ਸੀਗਾ, ਇੱਕ ਨਿੱਕੀ ਜਿਹੀ ਝੌਂਪੜੀ ਉਹਨੇ ਕਲੋਨੇ ਆਈਲੈਂਡ 'ਤੇ ਰੱਖੀ ਸੀ ਵੀ ਛੁੱਟੀਆਂ ਕੱਟਣ ਲਈ, ਉੱਤੇ ਵੀ ਟੈਕਸ ਲਾ ਦਿੱਤਾ। ਠੀਕ ਹੈ, ਫਰਕ ਉਹਨਾਂ ਵੀ ਕੋਈ ਨਹੀਂ ਪਿਆ। ਫਿਰ ਵੈਕੈਂਸੀ ਟੈਕਸ ਲਾ ਦਿੱਤਾ, ਹੁਣ ਆਹ ਲਿਆਉਣ ਲੱਗੇ ਆ। ਇਹ ਬੈਂਡਡ ਸੋਲਿਊਸ਼ਨ ਆ ਜੀ। ਅਸਲੀ ਸੋਲਿਊਸ਼ਨ ਜਿਹੜਾ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਪਲਾਈ ਆ। ਜਿੰਨਾ ਚਿਰ ਸਪਲਾਈ ਨਹੀਂ ਘਰਾਂ ਦੀ ਵੱਧਦੀ, ਜੇ ਮਾਰਕੀਟ ਦੇ ਵਿੱਚ 1000 ਬੰਦਾ ਖਰੀਦਦਾਰ ਆ ਘਰ ਲੈਣ ਨੂੰ ਫਿਰਦਾ, ਜਿੰਨਾ ਚਿਰ ਘਰ 1500 ਨਹੀਂ ਹੁੰਦਾ ਉਨਾ ਚਿਰ ਜਿਹੜਾ ਆ ਗੱਲ ਨਹੀਂ ਬਣਨੀ। ਜਿੰਨਾ ਚਿਰ ਘਰ ਕਿਰਾਏ ਵਾਸਤੇ ਜਿਹੜੇ ਅਵੇਲੇਬਲ ਹੋ ਜਾਣਗੇ, ਲੋਕਾਂ ਨੂੰ ਇਹ ਲੱਗੂਗਾ ਕਿ ਜੇ ਮੈਂ 4 ਘਰ ਖਰੀਦੇ ਮੇਰੇ ਕਿਰਾਏ 'ਤੇ ਨਹੀਂ ਚੜ੍ਹਨੇ, ਮੈਨੂੰ ਕਿਸ਼ਤਾਂ ਕੋਲੋਂ ਦੇਣੀਆਂ ਪੈਣਗੀਆਂ, ਉਦੋਂ ਫਲਿੱਪਰਾਂ ਨੇ ਹਟਣਾ ਇਨਵੈਸਟ ਕਰਨੋਂ, ਵੱਧ ਘਰ ਹੋਲਡ ਕਰਨੋਂ। ਹੋਰ ਕੋਈ ਦਾ ਰਾਹ ਹੈ ਨਹੀਂਗਾ। ਦੂਜਾ ਰਾਹ ਇਹ ਆ ਵੀ ਇਹ ਸੁੱਖਿਆ ਹੋਇਆ ਸਾਰਾ ਕੁਝ ਵੀ ਇੱਥੇ ਗ੍ਰੇਟਰ ਵੈਨਕੂਵਰ ਦੇ ਵਿੱਚ ਡਿਵੈਲਪ ਕਰਨਾ। ਇੰਨਾ ਕੁਝ ਡਿਵੈਲਪ ਹੋ ਗਿਆ, ਉਸ ਤੋਂ ਬਾਅਦ ਗ੍ਰਿਡ ਲੋਕ ਹੋ ਗਿਆ, ਟਰਾਂਸਪੋਰਟ ਦਾ ਭੱਠਾ ਬਹਿ ਗਿਆ, ਲੋਕ ਟ੍ਰੈਫਿਕ ਜਾਮ 'ਚ ਫਸਦੇ ਆ। ਵੀ ਜਿਹੜੇ ਬਾਹਰਲੇ ਸ਼ਹਿਰ ਆ ਉਹਨਾਂ ਨੂੰ ਕਿਉਂ ਨਹੀਂ ਵਿਕਸਿਤ ਕੀਤਾ ਜਾਂਦਾ, ਜਾਂ ਨਵੇਂ ਸ਼ਹਿਰ ਕਿਉਂ ਨਹੀਂ ਵਸਾਏ ਜਾਂਦੇ? ਕੀ ਇਹ ਰਿਵਾਜ ਨਹੀਂ ਹੈ ਕੈਨੇਡਾ ਦੇ ਵਿੱਚ ਵੀ ਕੋਈ ਨਵਾਂ ਸ਼ਹਿਰ ਨਹੀਂ ਵਸਾਇਆ ਜਾ ਸਕਦਾ? ਜਿਹੜੇ ਪੁਰਾਣੇ ਸ਼ਹਿਰ ਆ ਜਿਵੇਂ ਚਿਲਾਵੇਕ ਆ, ਹੋਪ ਉਹ ਕਿਉਂ ਨਹੀਂ ਵੱਡੇ ਕੀਤੇ ਜਾ ਸਕਦੇ? ਪਰ ਸਰਕਾਰ ਕਹਿੰਦੀ ਹੈ ਜੀ ਅਸੀਂ ਉਹਨੂੰ ਉੱਥੇ ਦੇ ਰਹੇ ਹਾਂ ਸਹੂਲਤਾਂ ਵੀ। ਜੇ ਮੰਨ ਲਓ ਕਿਸੇ ਬੰਦੇ ਨੇ PR ਹੀ ਲੈਣੀ ਆ, ਉਹਨੂੰ ਉੱਥੇ ਨੰਬਰ ਜ਼ਿਆਦਾ ਮਿਲਦੇ ਆ, ਵੈਨਕੂਵਰ 'ਚ ਰਹਿਣ ਦੇ ਘੱਟ ਮਿਲਦੇ ਆ। ਲੋਕ ਹੀ ਇੱਥੇ ਰਹਿਣਾ ਚਾਹੁੰਦੇ, ਜਾਣਾ ਹੀ ਨਹੀਂ ਚਾਹੁੰਦੇ ਬਾਹਰ। ਕਿਉਂ ਰਹਿਣਾ ਚਾਹੁੰਦੇ? ਕੰਮ ਦੀਆਂ ਜ਼ਿਆਦਾ ਸਹੂਲਤਾਂ ਇੱਥੇ ਆ, ਉੱਥੇ ਕੰਮ ਉਨੇ ਨਹੀਂ ਜਿੰਨੇ ਇੱਥੇ ਆ। ਇੱਥੇ ਹੁਣ ਯੂਨੀਵਰਸਿਟੀ ਜਿਹੜੀ ਆ ਚਿਲਾਵੇਕ ਹੈਗੀ ਆ, ਕੋਈ ਹੋਪ, ਕੋਈ ਵੱਡਾ ਹਸਪਤਾਲ ਹੈਗਾ ਉੱਥੇ ਕੋਈ? ਜਿਹੜੇ ਬੱਚੇ ਆ ਨੌਜਵਾਨ ਉਹਨਾਂ ਨੇ ਪੜ੍ਹਨ ਆਉਣਾ, ਉਹ ਜ਼ਿਆਦਾ ਤੌਰ ਦੇ ਉੱਤੇ ਜਿਹੜੇ ਮੇਰਿਟ ਵਿੱਚ ਰਹਿਣ ਵਾਲੇ ਆ, ਹੋਪ 'ਚ ਰਹਿਣ ਵਾਲੇ ਆ, ਚਿਲਾਵੇਕ 'ਚ ਰਹਿਣ ਵਾਲੇ, ਉਹ ਵਿਚਾਰੇ ਇੱਧਰ ਨੂੰ ਆਉਣਗੇ ਪੜ੍ਹਨ। ਹੁਣ ਸਪੈਸ਼ਲਿਸਟ ਸਾਰੇ ਇੱਥੇ ਬੈਠੇ ਆ ਗ੍ਰੇਟਰ ਵੈਨਕੂਵਰ ਦੇ ਵਿੱਚ। ਬਜ਼ੁਰਗ ਵਿਚਾਰੇ ਕੀ ਕਰਨਗੇ ਚਿਲਾਵੇਕ ਰਹਿ ਕੇ, ਹੋਪ ਰਹਿ ਕੇ? ਜੇ ਤੇ ਉਹ ਸਹੂਲਤਾਂ ਉੱਥੇ ਦੇਣ, ਉੱਥੇ ਵਧੀਆ ਹਸਪਤਾਲ ਹੋਣ, ਉਸ ਸ਼ਹਿਰ ਦੇ ਵਿੱਚ ਵਧੀਆ ਕਾਲਜ ਯੂਨੀਵਰਸਿਟੀਆਂ ਹੋਣ, ਉਸ ਸ਼ਹਿਰ ਨੂੰ ਵੱਡਿਆਂ ਸ਼ਹਿਰਾਂ ਨਾਲ ਜੋੜਨ ਵਾਸਤੇ ਸਕਾਈ ਟ੍ਰੇਨ ਸਿਸਟਮ ਹੋਵੇ, ਟ੍ਰੇਨ ਸਿਸਟਮ ਹੋਵੇ। ਹਾਈਵੇ ਦੀਆਂ 4 ਲੇਨਾਂ ਆ, ਟ੍ਰੈਫਿਕ ਦਾ ਸਾਮਾ ਮਸਾ ਪੂਰਾ ਹੁੰਦਾ, ਉਹਨੂੰ 8 ਲੇਨਾਂ ਦਾ ਕੀਤਾ ਹੋਵੇ, ਆਪੇ ਲੋਕੀ ਬਾਹਰ ਜਾਣ। ਗੱਲ ਕੀ ਆ ਵੀ ਖਜ਼ਾਨੇ ਸਾਡੇ 'ਚ ਪੈਸਾ ਕੋਈ ਨਹੀਂ, ਭਾਂਡੇ ਖਾਲੀ ਆ, ਉਹ ਨਹੀਂ ਦੱਸਦੇ ਵੀ ਸਾਡਾ ਹੈ ਨਹੀਂ ਪੱਲੇ ਕੁਛ ਵੀ। ਆਹ ਬੈਂਡਡ ਸੋਲਿਊਸ਼ਨ ਜਿਹੜੇ ਕੀਤੇ ਜਾ ਰਹੇ ਆ, ਜਿੰਨਾ ਚਿਰ ਸਪਲਾਈ ਨਹੀਂ ਵਧਾਈ ਜਾਂਦੀ, ਸਪਲਾਈ ਵਧਾਉਣ ਦੇ ਵਾਸਤੇ ਮਿਊਨਿਸਪੈਲਿਟੀਆਂ ਨੂੰ ਰੈਗੂਲੇਟ ਕਰਨਾ ਪੈਣਾ। ਜੇ ਬੰਦਸ਼ਾਂ ਲਾਉਣੀਆਂ ਤਾਂ ਉਹਨਾਂ 'ਤੇ ਲਾਓ ਵੀ ਪਰਮਿਟ ਜਿਹੜਾ ਭਾਈ ਘਰ ਦਾ 6 ਮਹੀਨੇ 'ਚ ਦਿਓ, ਜਦੋਂ ਤੁਸੀਂ ਦਿੰਦੇ 6 ਮਹੀਨੇ 'ਚੋਂ 6 ਹਫ਼ਤਿਆਂ 'ਚ ਦਿਓ। ਜਿਹੜਾ ਤੁਸੀਂ ਟਾਊਨ ਹਾਊਸ ਦਾ ਪ੍ਰੋਜੈਕਟ 5 ਸਾਲਾਂ 'ਚ ਕਰਕੇ ਦਿੰਦੇ ਆ, ਉਹਨੂੰ 1.5 ਸਾਲ 'ਚ ਕਰਕੇ ਦਿਓ। ਜਿਹੜੇ ਛੋਟੇ ਸ਼ਹਿਰ ਆ ਉਹਨਾਂ ਨੂੰ ਵਿਕਸਿਤ ਕਰੋ, ਉੱਥੇ ਹੋਰ ਹਸਪਤਾਲ, ਕਾਲਜ, ਯੂਨੀਵਰਸਿਟੀਆਂ ਬਣਾਓ ਤਾਂ ਕਿ ਉੱਥੇ ਲੋਕਾਂ ਨੂੰ ਇੱਥੇ ਆਉਣਾ ਨਾ ਪਵੇ। ਪਰ ਇਹ ਸੋਤਾ ਸਾਹਿਬ, ਅਮਰੀਕਾ 'ਚ ਵੀ ਇਹੀ ਹਾਲ ਆ। ਕੈਲੀਫੋਰਨੀਆ, ਨਿਊਯਾਰਕ, ਟੋਰਾਂਟੋ, ਇਹ ਸਾਰੀਆਂ ਮਿਊਨਿਸਪੈਲਿਟੀ 'ਚ ਕੋਈ ਗੜਬੜ ਆ। ਦੇਖੋ ਜਿਹੜੀ ਲਾਲ ਫੀਤਾਸ਼ਾਹੀ ਆ ਹਰੇਕ ਥਾਂ ਹੀ ਹੈਗੀ ਆ, ਜਿਹੜੀ ਰੈਡ ਟੇਪ ਆ ਉਹ ਹਰੇਕ ਥਾਂ ਹੀ ਹੈਗੀ ਆ, ਜਿਹੜੀਆਂ ਫੇਵਰਿਜ਼ਮ ਆ ਹਰੇਕ ਥਾਂ ਹੀ ਹੈਗਾ। ਜਿਹੜੇ ਵੱਡੇ ਗਰੁੱਪ ਹੁੰਦੇ ਆ, ਵੱਡੇ ਲੋਕ ਹੁੰਦੇ ਆ, ਆਪਣੇ ਕੰਮ ਪਹਿਲਾਂ ਕਰਾ ਜਾਂਦੇ ਆ ਸਿਫਾਰਿਸ਼ ਦੇ ਨਾਲ, ਜ਼ੋਰ ਦੇ ਨਾਲ। ਅਰੇ ਛੋਟੇ ਲੋਕ ਆ ਉਹ ਰਹਿ ਜਾਂਦੇ ਆ। ਬਾਕੀ ਕਰੋਨਾ ਦੇ ਕਰਕੇ ਵੀ ਕੁਝ ਹੋਇਆ ਆ, ਪਰ ਅਮਰੀਕਾ ਨੂੰ ਆਪਾਂ ਬਿਲਕੁਲ ਵੀ ਕੈਨੇਡਾ ਨਾਲ ਕੰਪੇਅਰ ਨਹੀਂ ਕਰ ਸਕਦੇ। ਤੁਸੀਂ ਜਦੋਂ ਵੀ ਜਾਂਦੇ ਆ ਅਮਰੀਕਾ ਦੇ ਵਿੱਚ, ਤੁਸੀਂ ਨਵੇਂ ਬ੍ਰਿਜ ਦੇਖਦੇ ਆ, ਨਵੀਂ ਡਿਵੈਲਪਮੈਂਟ ਦੇਖਦੇ ਆ, ਨਵੇਂ ਕਾਲਜ ਯੂਨੀਵਰਸਿਟੀਆਂ ਦੇਖਦੇ ਆ, ਨਵੇਂ ਹਸਪਤਾਲ ਦੇਖਦੇ ਆ। ਸਾਡੇ ਤਾਂ 25 ਸਾਲ ਹੋ ਗਏ ਸਰੀ ਦੇ ਵਿੱਚ ਦੂਜਾ ਹਸਪਤਾਲ ਬਣਾਉਣ ਨੂੰ, ਹਜੇ ਤੱਕ ਬਣਿਆ ਨਹੀਂ ਹੈਗਾ ਉੱਤੇ, ਹਜੇ ਤੱਕ ਉਹਦੇ ਪਲਾਨ ਤੱਕ ਨਹੀਂ ਬਣੇ ਹੈਗੇ। ਸੋ ਉਹਨੂੰ ਆਪਾਂ ਕਿਵੇਂ ਅਮਰੀਕਾ ਦੇ ਨਾਲ ਕੰਪੇਅਰ ਕਰ ਲਵਾਂਗੇ ਹੈ ਨਾ? ਸੋ ਉੱਥੇ ਵੀ ਆਬਾਦੀ ਵਧੀ ਆ। ਹੁਣ ਇੱਕ ਪਾਸੇ ਤਾਂ ਇਮੀਗ੍ਰੇਸ਼ਨ ਆ ਰਹੀ ਆ ਪੂਰੀ ਠੋਕ ਕੇ, ਪੱਕੇ ਜਿਹੜੇ ਇਮੀਗ੍ਰੈਂਟ ਆ ਉਹ 3.5 ਲੱਖ ਦੇ ਕਰੀਬ ਆ ਰਿਹਾ। ਉਦੋਂ ਇਲਾਵਾ ਫਿਰ ਜਿਹੜੇ ਵਰਕ ਪਰਮਿਟ ਵਾਲੇ ਆ ਰਹੇ ਆ, ਸਟੂਡੈਂਟ ਆ ਰਹੇ ਆ, ਲੱਖ ਅਸੀਂ ਰਿਫਿਊਜੀ ਯੂਕਰੇਨ ਤੋਂ ਲੈ ਰਹੇ ਆ। ਕਿਤੇ ਹੋਰ ਵਿਪਤਾ ਪੈ ਜਾਂਦੀ ਦੁਨੀਆ ਵਿੱਚ, ਅਸੀਂ ਉਹ ਲੈ ਆਉਂਦੇ ਆ। ਉਹਨਾਂ ਨੇ ਰਹਿਣਾ ਕਿੱਥੇ ਆ? ਉਹਨਾਂ ਲਈ ਇਨਫਰਾਸਟਰਕਚਰ ਜਿਹੜਾ ਸਰਕਾਰ ਨੇ ਬਣਾਉਣਾ ਉਹ ਕਿਉਂ ਨਹੀਂ ਬਣਾਉਂਦੀ ਹੈਗੀ? ਪਰ ਸਰਕਾਰ ਇਹ ਵੀ ਕਹੀ ਜਾਂਦੀ ਹੈ ਵੀ ਲੋਕ ਆਈ ਇੰਨੇ ਜਾਂਦੇ ਕੈਨੇਡਾ ਦੇ ਵਿੱਚ, ਹੁਣ ਅਸੀਂ ਕਿੱਥੇ ਉਹਦੇ ਨਾਲ ਉਹਨੂੰ ਮੀਟ ਕਰੀਏ ਵੀ ਲੋਕ ਤਾਂ ਆਈ ਬਹੁਤ ਰਹੇ ਆ। ਫਿਰ ਸਰਕਾਰ ਦੀ ਜ਼ਿੰਮੇਵਾਰੀ ਵੀ ਇਹੀ ਹੈ ਜੀ। ਹੋਰ ਸਰਕਾਰ ਆਪਾਂ ਚੁਣੀ ਕਾਹਦੇ ਲਈ ਆ? ਹੁਣ ਇਹ ਕਿਸੇ ਆ ਕੇ ਹੋਰ ਮੁਲਕ ਨੇ ਕੰਮ ਕਰਕੇ ਜਾਣੇ ਆ ਵੀ ਇਮੀਗ੍ਰੇਸ਼ਨ ਇਹ ਸੱਦਣ ਤੇ ਪੁਲ ਆ ਕੇ ਅਮਰੀਕਾ ਵਾਲੇ ਬਣਾ ਕੇ ਜਾਣ, ਇਹ ਹੋ ਜੂ? ਵੀ ਸਰਕਾਰ ਦਾ ਕੰਮ ਕੀ ਹੁੰਦਾ? ਆਪਾਂ ਚੁਣਦੇ ਕੱਲ੍ਹ ਸਰਕਾਰ ਆ ਪ੍ਰਬੰਧ ਚਲਾਉਣ ਲਈ। ਸਰਕਾਰ ਨੇ ਦੇਖਣਾ ਹੁੰਦਾ ਵੀ ਮੈਂ 1000 ਬੰਦਾ ਸੱਦ ਰਹੀ ਹਾਂ, ਆਹ ਸਕੂਲ ਬਣ ਗਿਆ ਨਾ ਵਾਸਤੇ, ਆਹ ਹਸਪਤਾਲ ਬਣ ਗਿਆ, ਆਹ ਸ਼ਹਿਰ ਵਿਕਸਿਤ ਹੋ ਗਿਆ। ਸਰਕਾਰ ਆਹ ਸੱਦੀ ਜਾਂਦੀ ਹੈ, ਇੱਥੇ ਕੰਮ ਕਰਦੀ ਕੋਈ ਨਹੀਂ। ਫਿਰ ਜ਼ਿੰਮੇਵਾਰ ਕੌਣ ਆ ਜੀ? ਅੱਛਾ, ਇਹ ਪ੍ਰੋਵਿੰਸ ਵਾਲੇ ਜਿਹੜੇ ਯਤਨ ਕਰ ਰਹੇ, ਇਹਨਾਂ ਦੇ ਹੱਥ ਵੱਸ ਹੁੰਦਾ ਕੁਛ ਕਿ ਜਾਂ ਇਹ ਫੈਕਟਰੀ ਘਰਾਂ ਦੀ ਮਾਰਕੀਟ ਦੇ ਵਿੱਚ? ਨਹੀਂ ਜੀ, ਫੈਕਟਰ ਵੀ ਵੱਡੇ ਆ। ਜਿਵੇਂ ਹੁਣ ਵਿਆਜ ਦਰਾਂ ਵਧਾਉਣੀਆਂ ਆ ਜਾਂ ਕੁਝ ਹੋਰ ਕਾਨੂੰਨ ਬਣਾਉਣੇ ਆ, ਫੈਡਰਲ ਗੌਰਮੈਂਟ ਦੇ ਹੱਥ ਆ। ਜਿਹੜੇ ਇਹੋ ਜਿਹੇ ਆ ਕੁਛ ਗੱਲਾਂ ਇਹ ਇਹਨਾਂ ਦੇ ਹੱਥ ਵਿੱਚ ਆ, ਕੁਝ ਗੱਲਾਂ ਮਿਊਨਿਸਪੈਲਿਟੀਆਂ ਦੇ ਹੱਥ ਵਿੱਚ ਆ। ਪਰ ਤਿੰਨੇ ਸਰਕਾਰਾਂ ਦੇ ਲੈਵਲ ਜਿਹੜੇ ਸਿੰਸੀਅਰ ਨਹੀਂ ਹੈਗੇ, ਸਿਰਫ ਗੱਲਾਂ ਕਰਦੇ ਆ। ਇੱਛਾ ਸ਼ਕਤੀ ਦੀ ਬਹੁਤ ਘਾਟ ਆ। ਪਰ ਸੁਦਾ ਸਾਹਿਬ ਫਿਰ ਉਹੀ ਸਵਾਲ ਆ, ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਵੱਧ ਗਈਆਂ। ਮਤਲਬ ਇਹ ਸਾਰੇ ਕੁਝ ਤੋਂ ਬਾਹਰ ਕੁਛ ਹੈਗਾ? ਇਹ ਸਾਰੇ ਕੁਝ ਤੋਂ ਬਾਅਦ ਜਿਹੜਾ ਕਰੋਨਾ ਦੇ ਵਿੱਚੋਂ ਆਪਾਂ ਲੰਘੇ ਆ 2 ਸਾਲ, ਉਹਦੇ ਕਰਕੇ ਬਹੁਤ ਕੁਝ ਜਿਹੜਾ ਰੁਕਿਆ ਰਿਹਾ, ਉਹਦੇ ਵੀ ਕਾਰਨ ਆ। ਪਰ ਆਪਣੇ ਤਾਂ ਕਰੋਨਾ ਤੋਂ ਪਹਿਲਾਂ ਦੀ ਅੱਗ ਲੱਗੀ ਹੋਈ ਆ। 99 ਤੋਂ ਤੁਸੀਂ ਦੇਖ ਲਓ ਪ੍ਰਾਈਸਾਂ ਥੱਲੇ ਰੁਕੀਆਂ ਨਹੀਂ ਹੈਗੀਆਂ। ਆਹ 2022 ਆ ਗਿਆ,
ਸੋ ਇਹ ਦੇਖ ਜਿਹੜੀ ਦੁਨੀਆ ਸਾਰੀ ਦੇ ਵਿੱਚ ਨਹੀਂ ਨਾ ਇਦਾਂ ਸੀਗਾ। 2008 ਦੇ ਵਿੱਚ ਅਮਰੀਕਾ ਪੂਰਾ ਥੱਲੇ ਲੱਗਾ ਹੋਇਆ ਸੀਗਾ। ਵੈਨਕੂਵਰ ਵਿੱਚ ਘਰਾਂ ਦੀ ਮਾਰਕੀਟ ਉਦੋਂ ਵੀ ਚੱਲ ਰਹੀ ਸੀਗੀ। ਠੀਕ ਹੈ, ਉਹਨੂੰ ਆਪਾਂ ਦੁਨੀਆ ਨਾਲ ਨਹੀਂ ਨਾ ਕੰਪੇਅਰ ਕਰ ਸਕਦੇ। ਜੀ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਗੁਰਪ੍ਰੀਤ ਸਿੰਘ ਸੋਤੋਣਾ ਨਾਲ ਗੱਲਬਾਤ ਕੀਤੀ ਆ। ਬਹੁਤ ਸਾਰੇ ਲੌਜਿਕ ਨੇ, ਔਰ ਇਹ ਲੌਜਿਕ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਅਮਰੀਕਾ ਦੇ ਵਿੱਚ ਮਾਰਕੀਟ ਕ੍ਰੈਸ਼ ਹੁੰਦੀ ਆ, ਦੁਨੀਆ ਦੇ ਵਿੱਚ ਕੀਮਤਾਂ ਕਦੇ ਉੱਤੇ ਜਾਂਦੀਆਂ ਕਦੇ ਥੱਲੇ ਜਾਂਦੀਆਂ। 99 ਤੋਂ ਬਾਅਦ ਇੱਥੇ ਕੀਮਤਾਂ ਉੱਤੇ ਦੀਆਂ ਉੱਤੇ ਹੀ ਜਾ ਰਹੀਆਂ। ਕੁਝ ਫੈਕਟਰ ਹੈਗੇ ਆ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਆ। ਸਰਕਾਰ ਦਾ ਯਤਨ ਆ ਕਿ ਇਸ ਮਲਟੀਪਲ ਆਫਰਸ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਬੇਲੋੜੀ ਘਰਾਂ ਦੀ ਕੀਮਤ ਵੱਧਦੀ ਆ ਉਹਨੂੰ ਰੋਕਿਆ ਜਾਵੇ। ਦੇਖਦੇ ਹਾਂ ਯਤਨ ਕਿੰਨਾ ਕੁ ਸਫਲ ਹੁੰਦਾ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ। ਗੱਲ ਅੱਜ ਦੀ ਗੱਲ ਇੱਕ ਚੇਤਾਵਨੀ ਇਹ ਆ ਕਿ ਜਦੋਂ ਤੁਸੀਂ ਕਿਰਾਏ ਤੇ ਘਰ ਲੈਂਦੇ ਹੋ ਤੇ ਆਨਲਾਈਨ ਸਰਚ ਕਰਦੇ ਹੋ, ਉਸ ਵੇਲੇ ਥੋੜ੍ਹੀ ਜਿਹੀ ਸਾਵਧਾਨੀ ਵਰਤਣੀ ਚਾਹੀਦੀ ਆ। ਕਈ ਵਾਰੀ ਘਪਲੇ ਹੋ ਜਾਂਦੇ ਆ। ਕਈ ਵਾਰੀ ਲੋਕਾਂ ਕੋਲੋਂ ਲੋਕ ਕਿਰਾਇਆ ਲੈ ਜਾਂਦੇ ਆ ਤੇ ਬਾਅਦ ਦੇ ਵਿੱਚ ਨਾ ਉੱਥੇ ਕੋਈ ਮਕਾਨ ਹੁੰਦਾ, ਘਰ ਹੁੰਦਾ, ਨਾ ਬੇਸਮੈਂਟ ਹੁੰਦੀ ਆ, ਨਾ ਅਪਾਰਟਮੈਂਟ ਹੁੰਦਾ, ਤੇ ਕਿਸੇ ਦਾ ਅਪਾਰਟਮੈਂਟ ਦਿਖਾ ਕੇ ਹੀ ਉਹਦਾ ਕਿਰਾਇਆ ਲੈ ਜਾਂਦੇ ਆ। ਤੇ ਬਾਅਦ 'ਚ ਪਤਾ ਲੱਗਦਾ ਵੀ ਜਿਹੜੇ ਅਪਾਰਟਮੈਂਟ ਦਾ ਅਸੀਂ ਕਿਰਾਇਆ ਦੇ ਚੁੱਕੇ ਹਾਂ ਐਡਵਾਂਸ, ਉਹਦਾ ਹੈ ਹੀ ਨਹੀਂ ਸੀ। ਸੁਣਨ ਦੇਖਣ ਦੇ ਵਿੱਚ ਗੱਲ ਇਹ ਬਹੁਤ ਅਜੀਬ ਲੱਗਦੀ ਆ ਕਿ ਜਿਸ ਬੰਦੇ ਨੇ ਮਕਾਨ ਹੈ ਹੀ ਨਹੀਂ ਉਹਦਾ, ਕੈਨੇਡਾ ਦੇ ਵਿੱਚ ਇਹ ਕਿਸ ਤਰ੍ਹਾਂ ਹੋ ਸਕਦਾ, ਇੱਦਾਂ ਘਪਲਾ ਕਿੱਦਾਂ ਹੋ ਸਕਦਾ। ਪਰ ਬਹੁਤ ਸਾਰੇ ਘਪਲੇ ਸਾਹਮਣੇ ਆ ਰਹੇ ਆ। ontario ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਬਹੁਤ ਘਰਾਂ ਦੀ ਮਾਰਕੀਟ ਹੌਟ ਆ। ਰਹਿਣ ਲਈ ਜਗ੍ਹਾ ਨਹੀਂ ਲੱਭ ਰਹੀ, ਬੇਸਮੈਂਟਾਂ ਅਪਾਰਟਮੈਂਟ ਨਹੀਂ ਲੱਭ ਰਹੇ। ਲੋਕ ਇਹਦੇ ਲਈ ਕਈ ਵਾਰੀ ਝਾਂਸੇ ਦੇ ਵਿੱਚ ਆ ਜਾਂਦੇ ਆ। ਤੇ ਜਿੱਦਾਂ ਹੁਣ ਟਰੈਂਡ ਬਦਲਿਆ ਪਿਛਲੇ ਸਮੇਂ ਦੇ ਵਿੱਚ ਕਿ ਕਿਸੇ ਨੇ ਜਦੋਂ ਕਿਰਾਏ 'ਤੇ ਕੋਈ ਚੀਜ਼ ਲੱਭਣੀ ਆ ਉਹ ਆਨਲਾਈਨ ਜਾਂਦਾ, ਆਨਲਾਈਨ ਜਾ ਕੇ ਸਰਚ ਕਰਦਾ, ਤੇ ਉਹ ਆਨਲਾਈਨ ਸਰਚ ਕਰਨ ਵੇਲੇ ਕਈ ਵਾਰੀ ਘਪਲੇ ਦਾ ਸ਼ਿਕਾਰ ਹੋ ਜਾਂਦਾ, ਧੋਖੇ ਦਾ ਸ਼ਿਕਾਰ ਹੋ ਜਾਂਦਾ। ਆਮ ਤੌਰ 'ਤੇ ਲੱਗਦਾ ਵੀ ਇੱਦਾਂ ਨਹੀਂ ਹੋ ਸਕਦਾ, ਪਰ ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਦਾਂ ਦੇ ਆਨਲਾਈਨ ਸਕੈਮਸ ਜਿਹੜੇ ਹੁੰਦੇ ਆ, ਇਹਨਾਂ ਦਾ 2019, 2020 ਤੇ 2021 ਦੇ ਜਦੋਂ ਅੰਕੜੇ ਦੇਖਦੇ ਹਾਂ, ਇਹਦੇ ਵਿੱਚ ਲਗਾਤਾਰ ਅੰਕੜੇ ਵੱਧ ਰਹੇ ਨੇ ਕਿ ਲੋਕ ਜ਼ਿਆਦਾ ਇਹਦਾ ਸ਼ਿਕਾਰ ਹੋ ਰਹੇ ਆ। 2019 ਦੇ ਵਿੱਚ $4.3 ਮਿਲੀਅਨ ਦਾ ਘਪਲਾ ਹੋਇਆ ਸੀ। ਲੋਕਾਂ ਨੇ $4.3 ਮਿਲੀਅਨ ਇੱਦਾਂ ਦੇ ਬੰਦਿਆਂ ਨੂੰ ਦੇ ਦਿੱਤੇ ਜਿਹੜੇ ਕਿ ਗਲਤ ਤਰੀਕੇ ਨਾਲ ਉਹਨਾਂ ਕੋਲੋਂ ਪੈਸੇ ਲੈ ਗਏ। ਘਰਾਂ ਦੀ ਕਿਰਾਏ ਦੇ ਮਾਮਲੇ ਦੇ ਵਿੱਚ ਨਹੀਂ, ਓਵਰਆਲ ਜਿਹੜੇ ਆਨਲਾਈਨ ਸਕੈਮ ਹੋਏ ਆ। 2020 ਦੇ ਵਿੱਚ ਉਹਦੇ ਤੋਂ ਬਾਅਦ ਇਹ $14.4 ਮਿਲੀਅਨ ਹੋ ਗਿਆ, ਤੇ 2021 ਦੇ ਵਿੱਚ $12.3 ਮਿਲੀਅਨ ਦਾ ਫਰਾਡ ਹੋਇਆ। ਜਿਹੜਾ ਕੈਨੇਡੀਅਨ ਐਂਟੀ ਫਰਾਡ ਸੈਂਟਰ ਆ ਉਹ ਇਹ ਜਾਣਕਾਰੀ ਦੇ ਰਿਹਾ ਆ। ਮਾਮਲਾ ਕੀ ਹੈ ਜਿੱਥੋਂ ਤੁਹਾਡੇ ਨਾਲ ਅੱਜ ਦੀ ਸਾਂਝੀ ਕਰਨੀ ਆ। ਜੇ ਕੈਕਲੇ ਇੱਕ ਵਿਅਕਤੀ ਘਰ ਲੱਭ ਰਿਹਾ ਆ, ਟੋਰਾਂਟੋ ਏਰੀਆ ਦੇ ਵਿੱਚ ਅਪਾਰਟਮੈਂਟ ਲੱਭ ਰਿਹਾ ਸੀ, ਤੇ ਜਦੋਂ ਉਹ ਤੇ ਉਹਦੀ ਗਰਲਫ੍ਰੈਂਡ ਦੋਵੇਂ ਜਣੇ ਟੋਰਾਂਟੋ ਏਰੀਆ ਦੇ ਵਿੱਚ ਲੱਭ ਰਹੇ ਆ, ਓਕਵਿਲ ਦੇ ਵਿੱਚ, ontario ਦੇ ਵਿੱਚ ਉਹਨਾਂ ਨੂੰ ਇੱਕ ਜਗ੍ਹਾ ਦਿਸਦੀ ਆ। ਉਸ ਜਗ੍ਹਾ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਥੇ ਇਹ ਅਪਾਰਟਮੈਂਟ ਸਾਡੇ ਲਈ ਠੀਕ ਆ। $4400 ਉਹਨਾਂ ਦਾ ਇਸ ਘਪਲੇ ਦੇ ਵਿੱਚ ਚਲਿਆ ਜਾਣਾ ਸੀ, ਜਿਹੜਾ ਕਿ ਬਚ ਗਿਆ। ਬਚਿਆ ਕਿੱਦਾਂ? ਉਹਨਾਂ ਦੋਵਾਂ ਨੇ, ਐਕਲੇ ਤੇ ਉਹਦੀ ਗਰਲਫ੍ਰੈਂਡ ਅਲਜੇਂਦਰਾ ਗਿੱਲ, ਉਹ ਦੋਵਾਂ ਨੇ ਇਸ ਥਾਂ ਨੂੰ ਲੱਭਿਆ। ਲੱਭ ਕੇ ਉਹਨਾਂ ਨੇ ਆਨਲਾਈਨ ਉਹਦੇ ਨਾਲ ਕੰਟੈਕਟ ਕੀਤਾ, ਜਿਹੜਾ ਵਿਅਕਤੀ ਦੱਸ ਰਿਹਾ ਸੀ ਕਿ ਮੇਰਾ ਅਪਾਰਟਮੈਂਟ ਆ। ਉਹ ਕਹਿੰਦੇ ਜੀ ਠੀਕ ਹੈ, ਤੁਹਾਡਾ ਅਪਾਰਟਮੈਂਟ ਆ, ਅਸੀਂ ਰੈਂਟ 'ਤੇ ਦੇਣ ਨੂੰ ਤਿਆਰ ਹਾਂ, ਤੁਸੀਂ ਇੱਦਾਂ ਇੱਦਾਂ ਕਰਕੇ ਆ ਡੀਲ ਸਾਈਨ ਕਰ ਲਓ, ਆ ਪੇਪਰ ਸਾਈਨ ਕਰ ਲਓ। ਉਹ ਜਿਹੜੇ ਰੈਂਟਲ ਸੀਗੇ ਸਾਰਾ ਕੁਝ ਦੇ ਦਿੱਤਾ। ਸ਼ੱਕ ਉੱਥੋਂ ਪਈ ਜਦੋਂ ਉਹ ਕਹਿੰਦੇ ਜੀ $4400 ਦੇ ਦਿਓ ਤੁਸੀਂ, ਤੇ ਇਹ ਤੁਹਾਡੇ ਪਹਿਲੇ ਮਹੀਨੇ ਦੇ $2200 ਮਹੀਨੇ 'ਤੇ ਗੱਲ ਹੋਈ ਸੀ ਉਸ ਅਪਾਰਟਮੈਂਟ ਦੀ, ਇੱਕ ਬੈਡਰੂਮ ਦਾ। ਤੇ ਉਹ ਕਹਿੰਦੇ ਤੁਸੀਂ ਪਹਿਲੇ ਮਹੀਨੇ ਦਾ ਰੈਂਟ ਤੇ ਆਖਰੀ ਮਹੀਨੇ ਦਾ ਰੈਂਟ ਪਹਿਲਾਂ ਐਡਵਾਂਸ ਜਮ੍ਹਾਂ ਕਰਾ ਦਿਓ। ਇੱਥੇ ਤੱਕ ਉਹਨਾਂ ਨੇ ਪੈਡ ਮੈਪਰ ਇੱਕ ਐਪ ਆ, ਉਹਦੇ ਤੋਂ ਇਹ ਥਾਂ ਉਹਨਾਂ ਨੇ ਲੱਭੀ ਸੀ। ਇੱਥੇ ਤੱਕ ਉਹਨਾਂ ਨੂੰ ਉਸ ਵਿਅਕਤੀ ਨਾਲ ਕੋਈ ਮੁਲਾਕਾਤ ਨਹੀਂ ਹੋਈ, ਸਿਰਫ ਆਨਲਾਈਨ ਈਮੇਲ ਰਾਹੀਂ ਗੱਲਬਾਤ ਹੋ ਰਹੀ ਸੀ। ਉਹ ਵਿਅਕਤੀ ਨੂੰ ਜਦੋਂ ਪੁੱਛਿਆ ਗਿਆ ਕਿ ਕੌਣ ਆ ਤੇ ਕਿਸ ਤਰੀਕੇ ਦੇ ਨਾਲ ਇਹ ਤੁਹਾਡਾ ਇਹ ਸਾਰਾ ਕੁਝ ਜਿਹੜਾ ਹੈਗਾ ਆ, ਉਹ ਕਹਿੰਦਾ ਵੀ ਮੈਂ ਇੱਥੇ ਨਹੀਂ, ਸਪੇਨ ਦੇ ਵਿੱਚ ਰਹਿੰਦਾ, ਰਿਟਾਇਰ ਆ, ਆਪਣੇ ਬੇਟੇ ਦੇ ਲਈ ਮੈਂ ਖਰੀਦਿਆ ਸੀ, ਬੇਟਾ ਹੁਣ ਕਿਤੇ ਹੋਰ ਪੜ੍ਹਨ ਚਲੇਗਾ, ਇਸ ਕਰਕੇ ਮੈਂ ਇਹਨੂੰ ਰੈਂਟ 'ਤੇ ਦੇਣਾ ਚਾਹੁੰਦਾ, ਤੇ ਮੈਂ ਇਸ ਵੇਲੇ ਸਪੇਨ ਦੇ ਵਿੱਚ ਆ, ਇੱਥੋਂ ਹੀ ਮੈਂ ਇਹਨੂੰ ਰੈਂਟ ਕਰਨਾ ਹੈ। ਤੇ ਜਿਹੜੀ ਹੈਗੀ ਆ ਇੱਕ ਕੰਪਨੀ ਜਿਹੜੀ ਥਰਡ ਪਾਰਟੀ ਆ, ਉਹਦੇ ਨਾਲ ਉਹ ਕਹਿੰਦੇ ਡੀਲ ਕਰਨੀ ਹੈ, ਤੇ ਉਹ ਤੁਹਾਨੂੰ ਚਾਬੀਆਂ ਦੇ ਜਾਊਗੀ, ਤੇ ਜਿਹੜੀ ਤੁਹਾਡੀ ਮਨੀ ਆ ਇਹ ਵੀ ਐਸਕਰੋ ਦੇ ਵਿੱਚ ਪਈ ਰਹੂਗੀ। ਜਿਸ ਤਰ੍ਹਾਂ ਆਪਾਂ ਡੀਲ ਕਰਦੇ ਹਾਂ ਘਰਾਂ ਨੂੰ ਵੇਚਣ ਤੇ ਖਰੀਦਣ ਵੇਲੇ ਜਿਸ ਤਰੀਕੇ ਨਾਲ ਵਰਤਿਆ ਜਾਂਦਾ। ਸੋ ਹੁਣ ਉਹ ਲੀਜ਼ ਐਗਰੀਮੈਂਟ ਤੇ ਸਾਰਾ ਕੁਝ ਤੋਂ ਬਾਅਦ ਉਹਨੇ $4400 ਦੀ ਮੰਗ ਕੀਤੀ। ਉਹਨਾਂ ਨੇ $4400 ਭੇਜਣ ਤੋਂ ਪਹਿਲਾਂ ਇੱਕ ਵਾਰੀ ਕਨਫਰਮ ਕਰਨਾ ਚਾਹਿਆ ਕਿ ਹੈ ਕੀ ਮਾਮਲਾ। ਇਹ ਪਤਾ ਲੱਗਿਆ ਕਿ ਇਸ ਨਾਂ ਦਾ ਵਿਅਕਤੀ ਕੋਈ ਨਹੀਂ ਆ, ਤੇ ਜਿਸ ਅਪਾਰਟਮੈਂਟ ਨੂੰ ਉਹ ਆਪਣਾ ਦੱਸ ਰਿਹਾ ਆ, ਜਦੋਂ ਉਹਦੀ ਉਹਨਾਂ ਨੇ ਇਨਕੁਆਇਰੀ ਕੀਤੀ ਤੇ ਉਹ ਪਤਾ ਲੱਗਿਆ ਉਹ ਕਿਸੇ ਹੋਰ ਦਾ ਆ, ਉਹਦਾ ਹੈ ਹੀ ਨਹੀਂ। ਤੇ ਉਹ ਇੱਕ ਬਹੁਤ ਵੱਡੀ ਕੰਪਨੀ ਦਾ ਨਾਮ ਵੀ ਵਰਤ ਰਿਹਾ ਆ ਕਿ ਆਹ ਜਿਹੜੀ ਕੰਪਨੀ ਆ, ਇਸ ਕੰਪਨੀ ਦੇ ਥਰੂ ਆਪਣੀ ਲੈਣ ਦੇਣ ਹੋਣਾ ਆ। ਆਮ ਤੌਰ 'ਤੇ ਲੋਕ
ਉਹਨੂੰ ਸਰਚ ਕਰਦੇ ਆ ਜਦੋਂ ਆਨਲਾਈਨ ਜਾ ਕੇ, ਤਾਂ ਕੰਪਨੀ ਦਾ ਨਾਮ ਨਿਕਲਦਾ ਆ, ਜਿਹੜਾ ਲੋਗੋ ਉਹਦੇ ਉੱਤੇ ਨਿਕਲਦਾ NAI ਗਲੋਬਲ ਨਾਂ ਦੀ ਕੰਪਨੀ ਦਾ ਇੱਕ ਉੱਥੇ ਲੋਗੋ ਨਿਕਲਦਾ। ਕੰਪਨੀ ਹੈਗੀ ਆ, ਸਾਰਾ ਕੁਝ ਹੈਗਾ, ਪਰ ਇਹ ਰੈਜ਼ੀਡੈਂਸ਼ੀਅਲ ਬਿਲਡਿੰਗਸ ਦੇ ਲਈ ਕੰਮ ਹੀ ਨਹੀਂ ਕਰਦੀ, ਸਗੋਂ ਕਮਰਸ਼ੀਅਲ ਬਿਲਡਿੰਗਸ ਲਈ ਕੰਮ ਕਰਦੀ ਹੈ ਤੇ ਨਿਊਯਾਰਕ ਬੇਸਡ ਕੰਪਨੀ ਹੈ। ਕੰਪਨੀ ਨਾਲ ਉਹਨੇ ਸੰਪਰਕ ਕੀਤਾ ਵੀ ਤੁਸੀਂ ਇਹਦੇ ਲਈ ਇੱਕ ਫਰਾਡ ਕਰਨ ਵਾਲੇ ਵਿਅਕਤੀ ਨਾਲ ਕਿੱਦਾਂ ਕੰਮ ਕਰ ਰਹੇ ਹੋ। ਕਹਿੰਦੇ ਸਾਡਾ ਸਿਰਫ ਨਾਂ ਵਰਤਿਆ ਜਾ ਰਿਹਾ ਕ੍ਰੇਗਲਿਸਟ ਦੇ ਉੱਤੇ ਜਾਂ ਹੋਰ ਕਲਾਸੀਫਾਈਡ ਐਡਸ ਜਿਹੜੀਆਂ ਫੇਸਬੁੱਕ ਦੇ ਉੱਤੇ ਜਾਂ ਵੈਬਸਾਈਟਸ ਦੇ ਉੱਤੇ ਪਾਈਆਂ ਜਾ ਰਹੀਆਂ। ਉਹ ਕਹਿੰਦੇ ਸਾਨੂੰ ਘੱਟੋ ਘੱਟ 20 ਜਣੇ ਇੱਦਾਂ ਦੇ ਮਿਲ ਚੁੱਕੇ ਆ ਜਿਹੜੇ ਕਹਿੰਦੇ ਕਿ ਤੁਹਾਡੀ ਕੰਪਨੀ ਨੂੰ ਥਰਡ ਪਾਰਟੀ ਦੱਸ ਕੇ ਤੇ ਲੈਣ ਦੇਣ ਕਰਨ ਦੇ ਨਾਂ 'ਤੇ ਫਰਾਡ ਹੋ ਚੁੱਕਿਆ। ਕਦੇ ਉਹਨਾਂ ਨੂੰ ਵਿਕਟੋਰੀਆ ਦੇ 'ਚੋਂ ਪਤਾ ਲੱਗਦਾ, ਕਦੇ ਕੈਲਗਰੀ 'ਚੋਂ ਪਤਾ ਲੱਗਦਾ, ਕਦੇ ਉਹਨਾਂ ਨੂੰ ਇਹ ontario 'ਚੋਂ ਪਤਾ ਲੱਗਦਾ ਕਿ ਸਪੇਨ ਦੇ ਵਿੱਚ ਰਹਿਣ ਵਾਲਾ ਵਿਅਕਤੀ ਆ। ਤੇ ਜਿਹੜੇ ਇਹਦੀ ਇਨਵੈਸਟੀਗੇਸ਼ਨ ਕਰਨ ਵਾਲੇ ਆ ਉਹ ਕਹਿੰਦੇ ਅਸਲ ਦੇ ਵਿੱਚ ਹੁਣ ਇਹ ਇੱਕਾ ਦੁੱਕਾ ਫਰਾਡ ਕਰਨ ਵਾਲੇ ਲੋਕ ਨਹੀਂ ਰਹਿ ਗਏ, ਬੜੇ ਤਰੀਕੇ ਦੇ ਨਾਲ, ਬੜੇ ਸੋਫਿਸਟੀਕੇਟਡ ਵੇ ਦੇ ਨਾਲ ਫਰਾਡ ਕੀਤੇ ਜਾ ਰਹੇ ਆ। ਇਹਦੇ ਤੋਂ ਜਿੰਨਾ ਬਚ ਹੁੰਦਾ, ਜਿੰਨਾ ਅਵੇਅਰ ਹੁੰਦਾ ਓਨਾ ਬਚੋ। ਔਰ ਇਹਦੇ ਨਾਲ ਉਹ ਕਹਿੰਦੇ ਇੱਕ ਪੂਰਾ ਗਰੁੱਪ ਆ ਇਹਨਾਂ ਸਕੈਮਰਸ ਦਾ ਜਿਹੜਾ ਬੜੇ ਤਰੀਕੇ ਨਾਲ ਤੁਹਾਨੂੰ ਬਲਦਾ ਆ। ਇਹ ਵੀ ਪਤਾ ਕਰ ਲੈਂਦਾ ਕਿ ਕਿਹੜੀ ਥਾਂ ਦੇ ਉੱਤੇ ਅਪਾਰਟਮੈਂਟ ਖਾਲੀ ਪਿਆ ਤੇ ਕੌਣ ਕਿੱਥੇ ਐਡ ਪਾਉਣੀ ਆ, ਕਿਸ ਤਰੀਕੇ ਨਾਲ ਉਹਨੂੰ ਲੱਭਿਆ ਜਾਣਾ। ਤੇ ਇਹ ਜਿਹੜਾ ਜੋੜਾ ਸੀ ਇਹ ਬਚ ਗਿਆ। ਇਹਨਾਂ ਨੇ ਪੈਸੇ ਨਹੀਂ ਦਿੱਤੇ, ਉਹਨਾਂ ਨੂੰ ਐਡਵਾਂਸ ਮਨੀ ਨਹੀਂ ਦਿੱਤੀ। ਬਹੁਤ ਸਾਰੇ ਲੋਕ ਐਸੇ ਤਰ੍ਹਾਂ ਵੱਖ-ਵੱਖ ਤਰੀਕਿਆਂ ਨਾਲ ਇਹਨਾਂ ਫਰਾਡ ਦਾ ਸ਼ਿਕਾਰ ਹੋ ਜਾਂਦੇ ਆ। ਤੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ 2019 ਦੇ ਵਿੱਚ 4.3 ਮਿਲੀਅਨ ਦਾ ਫਰਾਡ ਹੋਇਆ ਸੀ, 2020 ਦੇ ਵਿੱਚ ਕੈਨੇਡਾ ਦੇ ਵਿੱਚ 14.4 ਮਿਲੀਅਨ ਦਾ ਫਰਾਡ ਹੋਇਆ ਤੇ 2021 ਦੇ ਵਿੱਚ 12.3 ਮਿਲੀਅਨ ਦਾ ਫਰਾਡ ਹੋਇਆ। ਬਜਾਏ ਇਹਦੇ ਕਿ ਇਹ ਘਟਨਾ ਚਾਹੀਦਾ, ਇਹਦੇ ਅੰਕੜੇ ਵੱਧ ਰਹੇ ਨੇ, ਕਮੀ ਇਹਦੇ ਵਿੱਚ ਆ ਨਹੀਂ ਰਹੀ। ਪੁਲਿਸ ਇਹ ਸੂਚਨਾ ਲੋਕਾਂ ਨੂੰ ਦੇ ਰਹੀ ਆ ਕਿ ਆਨਲਾਈਨ ਘਰ ਕਿਰਾਏ 'ਤੇ ਲੈਣ ਤੋਂ ਪਹਿਲਾਂ ਬਿਨਾਂ ਉਸ ਥਾਂ ਦੇ ਮਾਲਕ ਨੂੰ ਮਿਲਿਆ ਤੇ ਬਿਨਾਂ ਇਹ ਕਨਫਰਮ ਕੀਤਿਆਂ ਕਿ ਸਾਰਾ ਕੁਝ ਜੈਨੂਇਨ ਆ, ਕਿਸੇ ਨੂੰ ਵੀ ਪੈਸੇ, ਕਿਸੇ ਨੂੰ ਵੀ ਮਨੀ ਨਾ ਦਿੱਤੀ ਜਾਵੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।